ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਪ੍ਰੋਫੈਸਰ ਸਾਹਿਬ ਸਾਡੇ ਨਾਲ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਪ੍ਰੋਫੈਸਰ ਸਾਹਿਬ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਪ੍ਰੋਫੈਸਰ ਸਾਹਿਬ, ਜੇ ਅਸੀਂ ਸ਼ੁਰੂਆਤ ਕਿਸਾਨਾਂ ਤੋਂ ਕਰ ਲਈਏ ਤਾਂ ਜੋ ਮਜ਼ਦੂਰਾਂ ਦਾ ਪਲਾਇਨ ਹੋ ਰਿਹਾ ਵਾ, ਝੋਨੇ ਦੀ ਲਵਾਈ ਨੂੰ ਲੈ ਕੇ ਜਿਹੜੀਆਂ ਵਾ ਬੜੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪਿੰਡਾਂ ਦੇ ਵਿੱਚ ਤਾਂ ਧੜੇ ਬਣੇ ਹੋਏ ਨੇ। ਕਈ ਪੰਚਾਇਤਾਂ ਨੇ ਅਨਾਊਂਸ ਕਰ ਦਿੱਤਾ ਕਿ ਜੋ ਲਵਾਈ ਰੇਟ ਹੈ ਉਹ ਫਿਕਸ ਕੀਤਾ ਜਾਵੇਗਾ। ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਜਿਹੜਾ ਫਿਕਸ ਕਰੇ ਤਾਂ ਕਿ ਜਿਹੜੇ ਸਥਾਨਕ ਮਜ਼ਦੂਰ ਨੇ ਉਹਨਾਂ ਵਿੱਚ ਅਤੇ ਕਿਸਾਨਾਂ ਦੇ ਵਿੱਚ ਤਣਾਅ ਦੀ ਸਥਿਤੀ ਨਾ ਬਣੇ। ਤੁਸੀਂ ਇਹ ਸਾਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ? ਹਾਂ ਮਨਦੀਪ, ਦੇਖੋ ਪੰਜਾਬ ਅਜੇ ਵੀ ਕਾਫੀ ਖੇਤੀ ਪ੍ਰਧਾਨ ਹੀ ਸੂਬਾ ਮੰਨਿਆ ਜਾਂਦਾ ਆ। ਇਹਦੀ ਜਿਹੜੀ ਬੈਕਬੋਨ ਹੈ, ਜਿੰਨਾ ਕੁ ਬਚਾਅ ਇਹਦਾ ਖੇਤੀ ਕਰਕੇ ਹੀ ਹੈਗਾ। ਅਜੇ ਕਣਕ ਸਾਂਭੀ ਨਹੀਂ ਗਈ ਤੇ ਹੁਣ ਝੋਨੇ ਦਾ ਜਿਹੜਾ ਕਾਫੀ ਅੱਗੇ ਅਨਸਰਟਨਟੀ ਦੇਖ ਰਹੀ ਆ, ਕਾਫੀ ਮੁਸੀਬਤ ਖੜੀਆਂ ਲੱਗਦੀਆਂ। ਜਿੱਥੋਂ ਤੱਕ ਕਣਕ ਦਾ ਸਵਾਲ ਆ ਜੀ, ਆ ਦੇਖ ਲਓ ਕਿ ਮਜ਼ਾਰੇ ਕਰ ਰਹੇ ਆ ਆੜਤੀਏ, ਕਹਿੰਦੇ ਇੱਥੇ ਬਾਰਦਾਨਾ ਨਹੀਂ ਮਿਲ ਰਿਹਾ, ਜਿਹੜੀ ਲਿਫਟਿੰਗ ਹੋ ਨਹੀਂ ਰਹੀ, ਜਿਹੜੀ ਭਰੀ ਹੋਈ ਆ ਬੋਰੀਆਂ 'ਚ ਕਣਕ ਉਹਨੂੰ ਗੋਡਾਊਨ ਦੇ ਵਿੱਚ ਚੁੱਕਿਆ ਨਹੀਂ ਜਾ ਰਿਹਾ, ਨਵੀਂ ਕਣਕ ਲਿਆਉਣੀ ਮੁਸ਼ਕਿਲ ਹੋ ਗਈ ਆ। ਚੰਗੀ ਖਬਰ ਇਹ ਹੈ ਕਿ 1 ਲੱਖ ਮੈਟਰਿਕ ਟਨ ਜਾਣੀ ਕਣਕ ਜਿਹੜੀ ਉਹ ਖਰੀਦੀ ਜਾ ਚੁੱਕੀ ਆ ਕੱਲ੍ਹ ਤੱਕ, ਔਰ 35 ਲੱਖ ਹੋਰ ਮੈਟਰਿਕ ਟਨ ਜਿਹੜੀ ਕਣਕ ਆ ਉਹ ਖਰੀਦਣ ਦੀ ਉਮੀਦ ਆ। ਤੇ ਉੱਥੇ ਅਜੇ ਕਾਫੀ ਕਣਕ ਅਜੇ ਮਤਲਬ ਪੂਰੀ ਨਹੀਂ ਗਈ ਤੇ ਹੁਣ ਅਗਲੀ ਫਸਲ ਦਾ ਜਿਹੜਾ ਕਾਫੀ ਚਿੰਤਾ ਚਰਚਾਵਾਂ ਹੋ ਰਹੀਆਂ, ਉਹਦੇ ਬਾਰੇ ਫੈਸਲੇ ਹੋ ਰਹੇ। ਬਿਲਕੁਲ ਠੀਕ ਆ, ਤੁਸੀਂ ਪੰਚਾਇਤਾਂ ਫੈਸਲੇ ਕਰ ਰਹੀਆਂ ਕਿ ਐਤਕੀ ਜਿਹੜੇ ਰੇਟ ਨਾ ਟੁੱਟ ਜਾਣ, ਰੇਟ ਨਾ ਵੱਧ ਜਾਣ, ਮਤਲਬ ਬਹੁਤ ਜ਼ਿਆਦਾ ਨਾ ਹੋ ਜਾਣ। ਉਮੀਦ ਇਹ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ 3000 ਐਵਰੇਜ ਧਾਨ ਦੇ 1 ਏਕੜ ਦੀ ਮਜ਼ਦੂਰੀ ਹੈ ਲਵਾਈ ਦੀ, ਤੇ ਉਹ ਕਿਤੇ 5, 6, 7 ਹਜ਼ਾਰ ਤੱਕ ਨਾ ਪਹੁੰਚ ਜਾਏ। ਇਸ ਕਿਸਮ ਦੀ ਗੱਲ ਨੂੰ ਮੱਦੇਨਜ਼ਰ ਰੱਖ ਕੇ ਬਹੁਤ ਸਾਰੀਆਂ ਪੰਚਾਇਤਾਂ, ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜੱਟ ਜ਼ਿਮੀਂਦਾਰ ਭਾਈਚਾਰਾ ਜਿਹੜਾ ਭਾਰੂ ਹੈ, ਉਹ ਫੈਸਲਾ ਕਰ ਰਹੇ ਆ ਕਿ ਅਸੀਂ ਇਹੋ ਜਿਹੇ ਫੈਸਲੇ ਕਰੀਏ ਕਿ ਜਿਹਦੇ ਨਾਲ ਸਾਨੂੰ ਸਸਤੇ ਮਜ਼ਦੂਰ ਜਿਹੜੇ ਮਿਲਣ, ਮਾਰਕੀਟ ਨਾ ਪ੍ਰਵੇਲ ਕਰੇ। ਜਾਣੀ ਜੇ ਡਿਮਾਂਡ ਜ਼ਿਆਦਾ ਆ ਮਜ਼ਦੂਰ ਦੀ ਤੇ ਸਪਲਾਈ ਘੱਟ ਆ ਤੇ ਮਜ਼ਦੂਰਾਂ ਨੂੰ ਉਹਦਾ ਫਾਇਦਾ ਹੋਣ ਦੀ ਜਿਹੜੀ ਉਮੀਦ ਆ, ਤੇ ਉਹਦੇ 'ਚ ਫੈਸਲੇ ਕਰਕੇ ਜ਼ਬਰਦਸਤੀ ਆਪਾਂ ਉਹਨਾਂ ਦੀ ਘੱਟ ਮਿਹਨਤਾਨਾਂ ਦੇ ਉੱਤੇ ਘੱਟ ਉਹਨਾਂ ਨੂੰ ਪੈਸੇ ਦੇ ਕੇ ਕੰਮ ਲੈਣ ਦਾ ਕਰੀਏ। ਔਰ ਉਹਦੇ ਵਿੱਚ ਜਾਣੀ ਦੁੱਖ ਦੀ ਗੱਲ ਇਹ ਹੈ ਕਿ ਹੈ ਪੰਚਾਇਤ ਤੇ ਸਭ ਦੀ ਸਾਂਝੀ ਹੋਣੀ ਚਾਹੀਦੀ ਆ, ਪਰ ਉਹਦੇ 'ਚ ਇੱਕ ਧੜੇ ਦੇ ਹੱਕ ਵਿੱਚ ਫੈਸਲੇ ਲਏ ਜਾ ਰਹੇ ਆ। ਤੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ 10,000 ਰੁਪਇਆ ਜੁਰਮਾਨਾ ਕਰਾਂਗੇ ਜਿਹੜਾ ਇਹ ਰੇਟ ਤੋੜੂ, ਕੋਈ ਜਿਹੜਾ ਵੀ ਜਾਂ ਕੋਈ ਹੋਰ ਵੀ ਰੇਟ ਤੋੜੂ ਉਹਨੂੰ 25 ਕਰਾਂਗੇ, ਨਾਲ ਦੇ ਪਿੰਡਾਂ 'ਚ ਵੀ ਆਹ ਕਰਾਂਗੇ ਉਹ ਕਰਾਂਗੇ। ਇਹੋ ਜਿਹੀਆਂ ਗੱਲਾਂ ਹੋ ਰਹੀਆਂ ਆ। ਇਸੇ ਹੀ 605 ਦੇ ਦੌਰਾਨ ਮਨਦੀਪ ਠੀਕ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਕਿਹਾ ਸਰਕਾਰ ਰੇਟ ਤੈਅ ਕਰ ਦੇ। ਇਹ ਰਾਜਨੀਤਿਕ ਸਟੇਟਮੈਂਟ ਹੈ। ਸਰਕਾਰ ਕਿਵੇਂ ਰੇਟ ਤੈਅ ਕਰ ਦੂਗੀ? ਸਰਕਾਰ ਦੇ ਰੇਟ ਤੈਅ ਹੈਗੇ ਆ, ਮਿਨੀਮਮ ਵੇਜ ਤੈਅ ਹੈਗੀ ਹੈ। ਇਹ ਮਿਨੀਮਮ ਵੇਜ ਦੇ ਨਹੀਂ, ਜਿਹੜੀਆਂ ਨਾ ਵਾਢੀ ਹੈ ਨਾ ਜਿਹੜੀ ਲਵਾਈ ਹੈਗੀ ਹੈ ਇਹ ਝੋਨੇ ਦੀ, ਇਹ ਕੋਈ ਜਿਹੜੀ ਨਿਊਨਤਮ ਵੇਜ ਆ ਉਹਦੇ ਤੇ ਨਹੀਂ ਹੁੰਦੀ ਹੈ, ਇਹ ਮਾਰਕੀਟ ਦੇ ਰੇਟ ਦੇ ਉੱਤੇ ਹੋਊਗੀ। ਇਸ ਕਰਕੇ ਇਹ ਗੱਲਾਂ ਜਿਹੜੀਆਂ ਕਰਨਾ ਕਿ ਜੇ ਸਰਕਾਰ ਫਿਕਸ ਕਰ ਦੂਗੀ, ਸਰਕਾਰ ਨੇ ਫਿਕਸ ਕੀਤਾ, ਤੁਸੀਂ ਖੇਤੀ ਤੇ ਜਾ ਕੇ ਜਿਹੜੀ ਲੇਬਰ ਮਿਨਿਸਟਰੀ ਦੇ ਮਿਨੀਮਮ ਵੇਜ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹਦੇ ਤੇ ਪੜ੍ਹ ਲਓ ਕੀ ਕੁਛ ਹੈਗਾ ਆ ਇਹਦੇ 'ਚ। ਇਹ ਐਵੇਂ ਰਾਜਨੀਤੀ ਆ ਜਿਹੜੀ ਕਿਸੇ ਵੀ ਆਮ ਆਦਮੀ ਪਾਰਟੀ ਵੱਲੋਂ। ਰਹੀ ਗੱਲ ਕਿ ਲਵਾਈ ਦਾ ਦਿੱਕਤ ਜ਼ਰੂਰ ਆਉਣੀ ਆ। ਜਿਹੜੀ ਮਸ਼ੀਨ ਇੱਕ ਗਵਰਨਮੈਂਟ ਨੇ ਵੀ ਕਿਹਾ ਕਿ ਅਸੀਂ ਸਬਸਿਡੀ ਦੇਵਾਂਗੇ, ਉਹ 44,000 ਰੁਪਏ ਦੀ ਪਹਿਲਾਂ ਵਿਕਦੀ ਸੀ, ਤੇ ਇਹਦਾ ਮਤਲਬ ਸੀ ਕਿ 22,000 ਸਰਕਾਰ ਦੇਊਗੀ, 22,000 ਜ਼ਿਮੀਂਦਾਰ ਆਪਣਾ ਖਰੀਦ ਕੇ ਤੇ ਉਹ ਸਿੱਧੀ ਬਿਜਾਈ, ਜਿਵੇਂ ਕਣਕ ਦੀ ਡਰਿਲਿੰਗ ਕਰਦੇ ਆ, ਇੰਜ ਸਿੱਧੀ ਉਹਦੀ ਧਾਨ ਦੇ ਬੀਜਾਂ ਦੀ ਡਰਿਲਿੰਗ ਹੋ ਜੂਗੀ। ਇਹ ਇੱਕ ਨਵਾਂ ਸੁਝਾਅ ਆਇਆ ਸੀ ਕਿ ਪਡਲਿੰਗ ਨਹੀਂ ਕੀਤੀ ਜਾਊ, ਪਾਣੀ ਨਹੀਂ ਖੜਾ ਕੀਤਾ ਜਾਊ, ਕੱਦੂ ਨਹੀਂ ਕੀਤਾ ਜਾਊਗਾ ਤੇ ਪਨੀਰੀ ਨਹੀਂ ਲਾਈ ਜਾਊਗੀ, ਤੇ ਸਿੱਧੀ ਜਿਹੜੀ ਆ ਦਾਣੇ ਜਿਹੜੇ ਆ ਚੌਲਾਂ ਦੇ ਉਹ ਬੀਜ ਦਿੱਤੇ ਜਾਣਗੇ, ਧਾਨ ਬੀਜਤਾ ਜਾਊਗਾ। ਹੁਣ ਉਹਨਾਂ ਹਾਲਾਤਾਂ 'ਚ ਮਨਦੀਪ ਉਹ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਮਸ਼ੀਨਾਂ ਵਾਲਿਆਂ ਨੂੰ, ਦੇਖੋ ਕਿੰਨੀ 605 ਦੀ ਗੱਲ ਆ ਕਿ ਇਹ ਤੇ ਸਾਡੀ ਤੇ ਮਸ਼ੀਨਾਂ ਦੀ ਲੋੜ ਬੜੀ ਪੈਣੀ ਆ। ਉਹਨਾਂ ਨੇ ਕੀਮਤ ਚੱਕ ਕੇ 75,000 ਰੁਪਏ ਕਰਤੀ ਆ ਤੇ ਬੁਕਿੰਗ ਹੋਈ ਹੈ। ਮੈਨੂੰ ਕੱਲ ਫਤਿਹਗੜ੍ਹ ਸਾਹਿਬ ਤੋਂ ਸਾਡੇ ਦੋਸਤ ਨੇ ਜਿਹੜਾ ਖੇਤੀ ਕਰਦੇ ਆ, ਉਹਨਾਂ ਨੇ ਬੜੀ ਡਿਟੇਲ ਵਿੱਚ ਦੱਸਿਆ ਕਿ ਥੱਲੇ ਕੀ ਹੋ ਰਿਹਾ। ਦੂਸਰੀ ਗੱਲ ਇਹ ਕਿ ਮਜ਼ਦੂਰਾਂ ਦੀ ਅਵੇਲੇਬਿਲਿਟੀ, ਉਹ ਤੇ ਬਿਲਕੁਲ ਦਿੱਕਤ ਤੇ ਆਉਣੀ ਆ। ਇੱਕ ਗੱਲ ਜ਼ਰੂਰ ਪੰਜਾਬ ਗੌਰਮੈਂਟ ਨੇ ਕਹੀ ਹੈ, ਚੀਫ ਮਿਨਿਸਟਰ ਨੇ ਸੈਂਟਰ ਨੂੰ ਲਿਖਤਾ ਕਿ ਸਾਡੀ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਹ ਕੈਲਕੂਲੇਟ ਕੀਤਾ ਗਿਆ ਕਿ ਜਿਹੜੀ ਚੌਲਾਂ ਦੀ ਧਾਨ ਦੀ ਕੀਮਤ ਹੈ ਉਹ 2902 ਰੁਪਏ ਪਰ ਕੁਇੰਟਲ ਆਉਂਦੀ ਹੈ। ਇਹ ਸਰਕਾਰ ਜਿਹੜੀ ਘੱਟੋ ਘੱਟ ਇੰਨੀ ਜ਼ਰੂਰ ਦੇ, ਜੇ ਵੱਧ ਇਹਦੇ ਨਾਲੋਂ ਨਹੀਂ ਦੇਣੀ ਤਾਂ। ਇਸ ਗੱਲ ਦਾ ਹੁਣ ਦੇਖੋ ਕਿ
ਜਿਹੜੀ ਸਾਡੀ ਮਿਨਿਸਟਰੀ ਹੈ ਐਗਰੀਕਲਚਰ ਮਿਨਿਸਟਰੀ ਦਿੱਲੀ ਦੇ ਵਿੱਚ, ਹੋਰ ਫਾਈਨੈਂਸ ਮਿਨਿਸਟਰੀ ਜਾਂ ਸਾਰਿਆਂ ਦੇ ਨਾਲ ਰਲ ਕੇ ਉਹ ਕਿਹੋ ਜਿਹਾ ਫੈਸਲਾ ਲੈਂਦੀ ਆ, ਉੱਥੇ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਹੈ, ਉਹਦੇ ਵਿੱਚ ਫੈਸਲੇ ਹੋਣੇ ਆ। ਇਹ ਆਉਣ ਵਾਲੇ ਸਮੇਂ 'ਚ, ਪਰ ਸਭ ਤੋਂ ਪਹਿਲਾਂ ਲਵਾਈ ਜਿਹੜੀ ਆ ਐਤਕੀ ਕਾਫੀ ਚੁਣੌਤੀਪੂਰਵਕ ਹੋਊਗੀ। ਇੱਕ ਹੋਰ ਵੀ ਮਸ਼ੀਨ ਆਈ ਹੋਈ ਆ ਜਿਹੜੀ ਪਨੀਰੀ ਨੂੰ ਲਾਉਂਦੀ ਆ ਸਿੱਧਾ ਹੀ, ਔਰ ਉਹ ਕੱਦੂ ਦੇ ਵਿੱਚ ਜਾ ਕੇ ਆਪ ਮਸ਼ੀਨ ਦੇ ਨਾਲ ਪਨੀਰੀ ਬੀਜ ਦਿੰਦੀ ਹੈ, ਪਰ ਉਹ ਪਨੀਰੀ ਲਾਉਣੀ ਬੜੀ ਟੈਕਨੀਕਲ ਜੌਬ ਹੈਗੀ ਆ, ਉਹ ਬੜੀ ਇੱਕ ਅਲੱਗ ਢੰਗ ਨਾਲ ਪਨੀਰੀ ਬੀਜੀ ਜਾਂਦੀ ਹੈ। ਮੈਂ ਤੁਹਾਨੂੰ ਤਾਂ ਡਿਟੇਲ ਦੱਸ ਰਿਹਾ ਕਿਉਂਕਿ ਮੈਂ ਖੁਦ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ 8-9 ਸਾਲ ਉੱਥੇ ਲਾਏ MSc ਕਰਕੇ, ਤੇ ਮੈਨੂੰ ਥੋੜੇ ਜਿਹੇ ਸਾਰੇ ਆਪਰੇਸ਼ਨ ਦੇ ਅੰਦਾਜ਼ੇ ਹੈਗੇ ਕਿ ਕਿਵੇਂ ਕਿਵੇਂ ਹੁੰਦੇ ਆ। ਪਰ ਇਹ ਐਤਕੀ ਕਾਫੀ ਚੁਣੌਤੀਪੂਰਵਕ ਜਿਹੜਾ ਸੀਜ਼ਨ ਹੋਊਗਾ ਮਜ਼ਦੂਰਾਂ ਦੇ ਪੱਖ ਤੋਂ ਤੇ ਪੈਡੀ ਦੇ ਲਵਾਉਣ ਦੇ ਪੱਖ ਦੇ ਉੱਤੋਂ। ਹਾਂਜੀ ਮਨਦੀਪ ਜੀ ਪ੍ਰੋਫੈਸਰ ਸਾਹਿਬ, ਸੱਚਮੁੱਚ ਹੀ ਜਿਹੜਾ ਮਜ਼ਦੂਰਾਂ ਦਾ ਪੰਜਾਬ ਤੋਂ ਪਲਾਇਨ ਹੋ ਰਿਹਾ ਉਸਨੇ ਕਈ ਚੀਜ਼ਾਂ ਸਾਹਮਣੇ ਲਿਆਂਦੀਆਂ ਨੇ। ਇੱਕ ਤਾਂ ਜੋ ਕਈ ਵਾਰੀ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਥੋੜੀ ਹੋਰ ਤਰ੍ਹਾਂ ਨਜ਼ਰ ਨਾਲ ਦੇਖਦੇ ਹਾਂ, ਵਰਕਰ ਦੀ ਇੰਪੋਰਟੈਂਸ ਲਿਆਂਦੀ ਹੈ ਸਾਹਮਣੇ ਕਿ ਸੱਚਮੁੱਚ ਹੀ ਹੁਣ ਹਾਲ ਕੀ ਹੋਏਗਾ ਪੰਜਾਬ ਦਾ, ਇੰਡਸਟਰੀ ਦੇ ਕੰਮ ਕਿਵੇਂ ਚੱਲਣਗੇ। ਝੋਨੇ ਦੀ ਗੱਲ ਤਾਂ ਆਪਾਂ ਇੱਕ ਪਾਸੇ ਰੱਖ ਦਈਏ, ਹੋਰ ਬੜੇ ਕੰਮ ਨੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੇ ਜਾਂਦੇ ਨੇ। ਲਗਭਗ ਉਹਨਾਂ ਨੇ ਸਾਰਾ ਸਿਸਟਮ ਸਾਂਭਿਆ ਹੋਇਆ ਹੈ, ਉਹਨਾਂ ਵਰਕਰ ਦੀ ਇੰਪੋਰਟੈਂਸ ਦਾ ਹੁਣ ਪਤਾ ਲੱਗ ਰਿਹਾ ਜੀ। ਇਹ ਬਿਲਕੁਲ ਠੀਕ ਹੈ। ਗੱਡੀਆਂ ਜਾ ਰਹੀਆਂ ਆ, ਕੁਝ ਗੱਡੀਆਂ ਚਲੇ ਗਈਆਂ, ਕੁਝ ਅੱਜ ਵੀ ਹੋਰ ਵੀ ਮੇਰੇ ਖਿਆਲ 20 ਗੱਡੀਆਂ ਹੋਰ ਤਿਆਰ ਖੜੀਆਂ ਜਾਣ ਲਈ। ਇਹ ਰੋਕਣ ਵਾਲੀ ਗੱਲ ਨਹੀਂ ਹੈ। ਪਿੱਛੇ ਕਾਫੀ ਇਸ ਗੱਲ ਦੀ ਜ਼ੋਰ ਪਾਇਆ ਜਾ ਰਿਹਾ ਕਿ ਇਹਨਾਂ ਨੂੰ ਰੋਕੋ 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 ਕਿਸੇ ਵੀ ਤਰੀਕੇ ਨਾਲ। ਆਮ ਆਦਮੀ ਪਾਰਟੀ ਵੀ, ਹੋਰ ਵੀ ਇੰਡਸਟਰੀ ਵਾਲੇ ਵੀ ਇਸ ਗੱਲ ਦੀ ਦੁਹਾਈ ਪਾ ਦੇ ਰਹੇ ਆ, ਪਰ ਇਹ ਰੋਕੂਗਾ ਕਿਵੇਂ? ਦਿੱਲੀ ਦੇ ਵਿੱਚੋਂ RJD ਤੇ ਹੋਰ ਸਾਰੀਆਂ 8 ਲੈਫਟ ਪਾਰਟੀਆਂ ਨੇ, ਇਹਨਾਂ ਨੇ ਕਿਹਾ ਕਿ ਤੁਸੀਂ ਇੰਜ ਨਹੀਂ ਕਰ ਸਕਦੇ, ਤੁਸੀਂ ਵਰਕਰ ਜੇ ਘਰਾਂ ਨੂੰ ਜਾਣਾ ਚਾਹੁੰਦੇ ਆ ਉਹਨਾਂ ਦੀ ਮਦਦ ਕਰੋ। ਉਹਨਾਂ ਨੇ ਇਹ ਜਿਹੜਾ ਬਿਆਨ ਆ ਇਸ ਪ੍ਰਸੰਗ 'ਚ ਦਿੱਤਾ ਕਿ ਜਿਹੜੇ 16 ਵਰਕਰ ਆ ਉਹ ਰੇਲਵੇ ਟਰੈਕ ਤੇ ਰੰਗਾਬਾਦ ਜਿਹੜੇ ਆ ਰਹੇ ਸੀਗੇ ਮਹਾਰਾਸ਼ਟਰ ਤੋਂ, ਉਹ ਕੁਚਲ ਦਿੱਤੇ ਗਏ ਰੇਲ ਗੱਡੀ ਦੇ ਜਿਹੜੀ ਮਾਲ ਗੱਡੀ ਦੇ ਥੱਲੇ ਆ ਕੇ, ਕਿਉਂਕਿ ਆਰਾਮ ਕਰ ਰਹੇ ਸੀ, ਕਿਉਂਕਿ ਟਰੈਕ ਦੇ ਉੱਤੇ ਹੀ ਜਾ ਰਹੇ ਸੀ। ਅੱਜ ਇੱਕ ਹੋਰ ਵੀ ਬਿਆਨ ਆਇਆ ਕਿ ਦੇਖੋ ਜੀ 30-40% ਜਿਹੜੇ ਆ ਜਿਨ੍ਹਾਂ ਨੇ ਅਪਲਾਈ ਕੀਤਾ ਇੱਥੋਂ ਪਲਾਇਨ ਕਰਨ ਲਈ, ਜਿਹੜੇ ਮਾਈਗ੍ਰੈਂਟ ਵਰਕਰ ਆ, ਬਾਹਰੋਂ ਪ੍ਰਵਾਸੀ ਮਜ਼ਦੂਰ ਆਏ ਆ ਵਾਪਸ ਘਰਾਂ ਲਈ ਜਾਣ ਲਈ UP ਬਿਹਾਰ ਵੱਲ, ਉਹ ਨਹੀਂ ਬੌੜ ਨਹੀਂ ਰਹੇ, ਗੱਡੀਆਂ ਦੇ ਉੱਤੇ ਟਿਕਟਾਂ ਲੈਣ ਲਈ ਆ ਨਹੀਂ ਰਹੇ। ਤੇ ਇਸ ਕਰਕੇ ਇਹਦਾ ਮਤਲਬ ਇਹ ਆ ਕਿ 30-40% ਨੇ ਆਪਣਾ ਮਨ ਬਦਲ ਲਿਆ, ਉਹ ਹੁਣ ਇੱਥੇ ਰਹਿਣਗੇ। ਉਹਨਾਂ ਨੂੰ ਉਹਨਾਂ ਨੂੰ ਇਹ ਉਮੀਦ ਹੋ ਗਈ ਹੈ ਕਿ ਸ਼ਾਇਦ ਇੰਡਸਟਰੀ ਚੱਲੂਗੀ। ਮੈਨੂੰ ਇਸ ਗੱਲ ਦੇ ਉੱਤੇ ਸ਼ੱਕ ਹੈਗਾ, ਇਹ ਗੱਲ ਇਸ ਤਰ੍ਹਾਂ ਨਹੀਂ ਹੈਗੀ। ਅਸਲ 'ਚ ਜਿਹੜੇ 30-40% ਉੱਥੇ ਨਹੀਂ ਆ ਰਹੇ, ਉਹਨਾਂ 'ਚੋਂ ਵੱਡੀ ਗਿਣਤੀ ਸੜਕਾਂ ਰਾਹੀਂ ਨਹੀਂ, ਰੇਲਵੇ ਟਰੈਕ ਰਾਹੀਂ ਉਹ ਰੋਜ਼ ਪਲਾਇਨ ਪੰਜਾਬ ਤੋਂ ਕਰ ਰਹੇ ਆ। ਔਰ ਉਹਦਾ ਪ੍ਰੂਫ ਵੀ ਹੈਗਾ ਆ ਕਿ ਕੱਲ ਕੁਛ ਜਿਹੜੇ ਇੱਥੋਂ ਪੰਜਾਬ ਤੋਂ ਵਰਕਰ ਗਏ, ਉਹ ਲੰਬੇ ਪੈਦਲ ਚੱਲ ਕੇ ਅੰਦਰ ਤੱਕ ਗਏ, ਉਹ UP 'ਚ ਐਂਟਰ ਕਰਨਾ ਚਾਹੁੰਦੇ ਸੀ, ਹਰਿਆਣੇ ਵਾਲਿਆਂ ਨੇ ਫੜ ਲਏ, ਉਹਨਾਂ ਨੇ ਪੰਜਾਬ ਨੂੰ ਵਾਪਸ ਕੀਤਾ। ਉੱਥੇ ਇੱਟ ਸਿਆਪਾ ਹੋਇਆ, ਉਹ ਟਰੱਕਾਂ 'ਚ ਚੜਾ ਰਹੇ ਸੀਗੇ ਕਿ ਅਸੀਂ ਵਾਪਸ ਤੁਹਾਨੂੰ ਪੰਜਾਬ 'ਚ ਭੇਜਣਾ। ਉਹ ਰੋ ਪਿੱਟ ਰਹੇ ਆ, ਅੱਜ ਇੰਟਰਵਿਊ ਉਹਨਾਂ ਦੀ ਆਈਆਂ, ਰੋ ਰੋ ਕੇ ਦੱਸ ਰਹੇ ਆ ਕਿ ਸਾਨੂੰ ਇੱਥੇ ਗੋਲੀ ਮਾਰ ਦਿਓ, ਅਸੀਂ ਹੁਣ ਵਾਪਸ ਨਹੀਂ ਜਾਣਾ, ਅਸੀਂ ਐਡੀ ਦੂਰੋਂ 3 ਦਿਨ ਪੈਦਲ ਚੱਲ ਕੇ ਇੱਥੇ ਤੱਕ ਪਹੁੰਚੇ ਹਾਂ, ਸਾਨੂੰ ਤੁਸੀਂ ਵਾਪਸ ਨਾ ਕਰੋ, ਇਸ ਕਰਕੇ ਸਾਨੂੰ ਆਪੋ ਆਪਣੇ ਘਰੀ ਜਾਣ ਦਿਓ। ਇਹ ਜਿਹੜਾ ਮਜ਼ਦੂਰਾਂ ਦਾ ਦੁੱਖ, ਉਹਨਾਂ ਦਾ ਵਰਲਾਪ ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ। ਉਹਨਾਂ ਦਾ ਸੰਤਾਪ ਕੀ ਹੈਗਾ, ਉਹ ਨੰਗੇ ਪੈਰੀ ਚੱਪਲਾਂ ਪਾ ਕੇ ਬੁਰਾ ਹਾਲ, ਉੱਥੇ ਕੁੱਟ ਕਟੇਪਾ ਹੋਇਆ, ਚੱਪਲਾਂ ਛੱਡ ਕੇ ਭੱਜੇ। ਤੇ ਪੰਜਾਬ ਦੇ ਇੱਕ ਵਿਧਾਇਕ ਨੇ ਚੰਗਾ ਜਿਹੜਾ ਕੰਮ ਕੀਤਾ ਕਿ ਉਹਨਾਂ ਨੂੰ ਚੱਪਲਾਂ ਜਾਂ ਹੋਰ ਜੁੱਤੀਆਂ ਵੀ ਲੈ ਕੇ ਦਿੱਤੀਆਂ, ਜਿਹੜੀਆਂ ਉਹਨਾਂ ਦੀਆਂ ਉੱਥੇ ਕੁੱਟ ਕਟੇਪੇ 'ਚ ਲਾਠੀ ਚਾਰਜ ਹੋਇਆ ਤੇ ਉਹ ਰਹਿ ਗਈਆਂ ਸੀ। ਰੋਟੀ ਪਾਣੀ ਖਵਾਇਆ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਇਸ ਵੇਲੇ ਉਹਨਾਂ ਦਾ ਸਾਥ ਦੇਣ ਦੀ ਲੋੜ ਆ। ਔਰ ਮੈਨੂੰ ਇਹ ਖਬਰ ਮਿਲੀ ਹੈ ਕਿ ਪੰਜਾਬ ਤੋਂ ਰੇਲਵੇ ਟਰੈਕ ਦੇ ਨਾਲ ਤੁਰ ਕੇ ਘੱਟੋ ਘੱਟ 2000 ਮਜ਼ਦੂਰ ਹਰ ਰਾਤੋਂ ਰਾਤ ਨਿਕਲ ਰਿਹਾ। ਔਰ ਕਈ ਬੰਦੇ ਸਾਡੇ ਪੰਜਾਬ ਦੇ ਜਿਹੜੇ ਦਾਨੀ ਸੱਜਣ ਆ, ਜਿਨ੍ਹਾਂ ਦੀ ਇਹ ਮਨ ਵਿੱਚ ਅਸਲੀ ਜਿਹੜੀ ਸਿੱਖੀ ਸਵਰੂਪ ਦੀ ਸੇਵਾ ਭਾਵਦੀ ਹੈਗੀ ਹੈ ਕਿ ਕੋਈ ਗਰੀਬ ਭੁੱਖਾ ਨਾ ਰਹੇ, ਉਹ ਲੰਗਰ ਲਾ ਕੇ ਉੱਥੇ ਰੇਲਵੇ ਟਰੈਕ ਦੇ ਨਾਲ ਉਹਨਾਂ ਨੂੰ ਲਗਾਤਾਰ ਖਾਣਾ ਪਾਣੀ ਵੀ ਦੇ ਰਹੇ ਆ। ਇਸ ਕਰਕੇ ਇਹ ਜਿਹੜੀ ਚੀਜ਼ ਹੈ ਕਿ ਹੁਣ ਵਰਕਰ ਜਿਹੜੇ ਆ ਉਹਨਾਂ ਦਾ ਮੋਹ ਭੰਗ ਹੋ ਗਿਆ ਆ, ਇੱਥੋਂ ਪੰਜਾਬ ਤੋਂ ਜਾਂ ਹੋਰਨਾਂ ਸੂਬਿਆਂ ਤੋਂ ਵੀ, ਉਹ ਆਪੋ ਆਪਣੇ ਘਰਾਂ 'ਚ ਜਾਣਾ ਚਾਹੁੰਦੇ। ਉਹ ਇਕੱਲੀ ਬੇਰੁਜ਼ਗਾਰੀ ਦੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਉਹ ਭੁੱਖੇ ਮਰ ਗਏ। ਉਹ ਇੱਕ ਆਪਣੇ ਆਪ 'ਚ ਵੱਡੀ ਗੱਲ ਹੈ। ਜਿਹੜੀਆਂ ਉਹਨਾਂ ਦੀਆਂ ਸੇਵਿੰਗ ਸੀ ਖਤਮ ਹੋ ਗਈਆਂ, ਉਹਨਾਂ ਨੂੰ ਰਾਸ਼ਨ ਨਹੀਂ ਪਹੁੰਚਿਆ, ਉਹ ਤੰਗ ਹੋ ਗਏ, ਪਰੇਸ਼ਾਨ ਹੋ ਗਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਜਿੱਥੇ ਰਹਿ ਰਹੇ ਆ ਉਹ ਬਹੁਤ ਹੀ ਤੰਗ ਤੇ ਕੰਜੈਸਟਡ ਏਰੀਆ ਹੈਗੇ ਆ। ਬੜੀ ਜਿੱਥੇ ਮਤਲਬ ਜਿਸ ਏਰੀਏ ਦੇ ਵਿੱਚ 100 ਵਰਕਰ ਰਹਿਣਾ ਚਾਹੀਦਾ, ਉਹਦੇ 'ਚ 5-5 4-4 ਹਜ਼ਾਰ ਵਰਕਰ ਰਹਿ ਰਹੇ ਆ।
ਇੰਨੀ ਜੀ ਜ਼ਿਆਦਾ ਕੰਜੈਸਟਡ ਹੈ ਤੇ ਉਹਨਾਂ ਨੂੰ ਇਹ ਸ਼ੱਕ ਹੈਗਾ, ਜਿਵੇਂ ਧਾਰਾਵੀ ਦੇ ਵਿੱਚ ਲਗਾਤਾਰ ਜਿਹੜੇ ਰੋਜ਼ ਕੇਸ ਆ ਰਹੇ ਆ, ਸਾਡੇ ਚੰਡੀਗੜ੍ਹ ਦੇ ਵਿੱਚ ਬਾਪੂ ਧਾਮ ਦੇ ਵਿੱਚ ਰੋਜ਼ ਕੇਸ ਆ ਰਹੇ, ਉਹ ਸਲਮ ਹੈਗਾ ਆ, ਕਿਉਂਕਿ ਉਹ ਕੰਜੈਸ਼ਨ ਇੰਨੀ ਆ ਉੱਥੇ, ਸੰਘਣੀ ਆਬਾਦੀ ਇੰਨੀ ਆ ਕਿ ਤੁਸੀਂ ਜਿਹੜੇ ਸੋਸ਼ਲ ਡਿਸਟੈਂਸ ਕਹਿੰਦੇ ਆ, ਜਿਹੜਾ ਇੱਕ ਦੂਜੇ ਤੋਂ ਫਰਕ ਪਾ ਕੇ ਰੱਖਣਾ, ਦੂਰੀ ਰੱਖਣੀ, ਉਹਦਾ ਪੋਸੀਬਲ ਹੀ ਨਹੀਂ, ਸੋਚਿਆ ਹੀ ਨਹੀਂ ਜਾ ਸਕਦਾ ਕਿਸੇ ਵੀ ਤਰੀਕੇ ਨਾਲ ਨਹੀਂ। ਪਾਣੀ ਆਉਣਾ, ਇੱਕ ਟੂਟੀ ਤੇ ਆਉਣਾ, 100 ਬੰਦਾ ਇਕੱਠਾ ਹੋਇਆ ਹੋਇਆ, ਉਹਨਾਂ ਨੇ ਉੱਥੇ ਹੀ ਕੱਪੜੇ ਧੋਣੇ ਆ, ਉੱਥੇ ਨਿਆਣੇ ਨੰਗੇ ਧੜੰਗੇ ਨੱਚਦੇ ਫਿਰਦੇ ਆ, ਤੁਸੀਂ ਕਿਤੇ ਵੀ ਕਿਸੇ ਵੀ ਤਰੀਕੇ ਦੇ ਨਾਲ, ਮੈਂ ਤੇ ਜਾ ਕੇ ਰੋਜ਼ ਦੇਖਦਾ ਆ ਕਿ ਕੀ ਹਾਲਤ ਆ ਉੱਥੇ। ਇਸ ਕਰਕੇ ਉਹ ਇਸ ਡਰ ਚੋਂ ਜਾ ਰਹੇ ਆ ਮਨਦੀਪ, ਆਪਣੇ ਆਪਣੇ ਸਲਮ ਨੂੰ ਛੱਡ ਕੇ, ਉਹਨਾਂ ਨੂੰ ਘਰਾਂ ਨੂੰ ਛੱਡ ਕੇ, ਕਿ ਅਸੀਂ ਆਪਣੇ ਮਾਵਾਂ ਭੈਣਾਂ ਭਰਾਵਾਂ ਪਿੱਛੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਕੋਲ ਜਾਣਾ ਆ, ਤਾਂ ਹੀ ਉਹਨਾਂ ਨੂੰ ਸੁੱਖ ਦਾ ਸਾਹ ਮਿਲੂਗਾ। ਫਿਰ ਉਹ ਦੁਬਾਰਾ ਆ ਜਾਣਗੇ ਜਦੋਂ ਕੰਮ ਚੱਲੂਗਾ। ਹੁਣ ਉਹਨਾਂ ਨੂੰ ਜੇ ਜ਼ਬਰਦਸਤੀ ਰੋਕਿਆ ਜਾਊਗਾ ਤੇ ਉਹਨਾਂ ਨਾਲ ਅਨਿਆਂ ਹੋਊਗਾ ਮਨਦੀਪ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਕਿਤੇ ਨਾ ਕਿਤੇ ਜੋ ਇੰਤਜ਼ਾਮਾਂ ਤੇ ਪ੍ਰਬੰਧਾਂ ਦੀ ਘਾਟ ਜਿਹੜੀ ਹੈ ਉਹ ਸਮੱਸਿਆਵਾਂ ਦਾ ਕਾਰਨ ਬਣਦੀ ਹੈ, ਖਾਸ ਕਰਕੇ ਇਹਨਾਂ ਦਿਨਾਂ ਵਿੱਚ ਜਦੋਂ ਕਿ ਸੋਸ਼ਲ ਡਿਸਟੈਂਸਿੰਗ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਮਜ਼ਦੂਰ ਨੂੰ ਇੰਨੇ ਭੀੜ ਵਾਲੇ ਸਥਾਨਾਂ ਤੇ ਰਹਿਣਾ ਪਵੇਗਾ ਤਾਂ ਵਾਕਈ ਉਹਦੇ ਮਨ ਵਿੱਚ ਡਰ ਪੈਦਾ ਹੋਵੇਗਾ, ਤੇ ਜਾਨ ਸਭ ਨੂੰ ਪਿਆਰੀ ਹੁੰਦੀ ਹੈ, ਤੇ ਆਪਣੀ ਜਾਨ ਬਚਾਉਣ ਲਈ ਤੇ ਪਰਿਵਾਰ ਨਾਲ ਵੀ ਇਹੋ ਜਿਹੇ ਤਣਾਅ ਦੇ ਮਾਹੌਲ ਵਿੱਚ ਸਮਾਂ ਬਤੀਤ ਕਰਨ ਦੀ ਬੰਦੇ ਨੂੰ ਇੱਛਾ ਹੁੰਦੀ ਹੈ, ਤਾਂ ਉਹਨਾਂ ਦਾ ਜਿਹੜਾ ਆਪਣੇ ਸੂਬਿਆਂ ਵੱਲ ਜਿਹੜਾ ਪਲਾਇਨ ਕਰਨਾ ਉਹ ਬਿਲਕੁਲ ਸੁਭਾਵਿਕ ਹੈ। ਜੀ ਪ੍ਰੋਫੈਸਰ ਸਾਹਿਬ, ਖਬਰਾਂ ਹੋਰ ਵੀ ਨੇ, ਅਸੀਂ ਸੁਮੇਧ ਸੈਣੀ ਦੀ ਵੀ ਗੱਲ ਕਰਨੀ ਹੈ, ਨਾਲ ਹੀ ਅਸੀਂ ਜੋ ਭਾਰਤ ਦੀ GDP ਦੀ ਵੀ ਗੱਲ ਕਰਨੀ। ਪ੍ਰੋਫੈਸਰ ਸਾਹਿਬ, ਜਿਵੇਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਮਜ਼ਦੂਰਾਂ ਦੀ ਗੱਲ ਕਰ ਰਹੇ ਸੀ, ਇੰਡਸਟਰੀ ਦੀ ਗੱਲ ਹੋਈ, ਤਾਂ ਹੁਣ ਜੇ GDP ਰੇਟ ਦੀ ਗੱਲ ਕਰ ਲਈਏ ਤਾਂ ਮੂਡੀ ਨੇ ਕਿਹਾ ਹੈ ਕਿ ਭਾਰਤ ਦਾ ਜੋ ਗਰੋਥ ਰੇਟ ਹੈ ਉਹ 0% ਹੋਵੇਗਾ, ਕੋਈ ਸੰਭਾਵਨਾ ਨਹੀਂ ਹੈ ਵਿਕਾਸ ਦੀ। ਇਹ ਇਸੇ ਕਰਕੇ ਉਹਨਾਂ ਨੇ ਨਾਲ ਇਹ ਵੀ ਮੰਗ ਕੀਤੀ ਹੈ ਕਿ ਜੇ ਤੁਸੀਂ 15 ਲੱਖ ਕਰੋੜ ਰੁਪਈਆ ਪੰਪ ਕਰੋਗੇ, ਜਿਹਦੇ ਵਿੱਚੋਂ 13 ਲੱਖ ਕਰੋੜ ਰੁਪਈਆ ਤੁਸੀਂ ਕਾਰਪੋਰੇਟਾਂ ਨੂੰ ਦਿਓਗੇ ਤੇ 2 ਲੱਖ ਕਰੋੜ ਰੁਪਈਆ ਥੱਲੇ ਵਰਕਰਾਂ ਨੂੰ ਦਿਓਗੇ, ਤਾਂ ਜਾ ਕੇ ਜਿਹੜਾ ਇਹ ਚੱਕਾ ਜਾਮ ਹੋ ਗਿਆ ਅਰਥ ਵਿਵਸਥਾ ਦਾ, ਭਾਵੇਂ ਉਹ ਹੋਟਲ ਇੰਡਸਟਰੀ ਆ, ਸਰਵਿਸ ਇੰਡਸਟਰੀ ਆ, ਮੈਨੂਫੈਕਚਰਿੰਗ ਹੈਗਾ, ਕਿਸੇ ਵੀ ਕਿਸਮ ਦਾ, ਉਸ ਨੂੰ ਹੌਲੀ ਹੌਲੀ ਉਹ ਗਰਮ ਹੋ ਕੇ ਤੇਜ਼ਗੀ ਫੜੂਗਾ। ਪਰ ਮੈਨੂੰ ਲੱਗਦਾ ਹੁਣ ਇਹ ਇੰਨਾ ਪੈਸਾ ਆਉਣਾ ਕਿੱਥੋਂ ਆ? ਸਾਡੇ ਸਰਕਾਰ ਕੋਲ ਪੈਸਾ ਹੋਊ ਤੇ ਤਾਂ ਹੀ ਹੋਊਗਾ। ਕੁਛ ਜਿਹੜੀ ਸਾਡੇ ਫਾਈਨੈਂਸ ਮਿਨਿਸਟਰ ਹੈਗੇ ਆ, ਉਹਨਾਂ ਨੇ ਜ਼ਰੂਰ ਇਹ ਗੱਲ ਦਾ ਭਰੋਸਾ ਦਿੱਤਾ ਕਿ 5,66,000 ਕਰੋੜ ਰੁਪਈਆ ਅਸੀਂ ਇਕੱਠਾ ਕਰ ਲਿਆ ਆ, ਉਹ ਅਸੀਂ ਬੈਂਕਾਂ ਰਾਹੀਂ ਉਸ ਦਾ ਹੌਲੀ ਹੌਲੀ 42 ਲੱਖ ਖਾਤਿਆਂ ਦੇ ਵਿੱਚ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇਸ ਕਿਸਮ ਦਾ ਵੱਡੇ ਪੱਧਰ ਤੇ ਉਹ ਕੋਸ਼ਿਸ਼ ਤੇ ਹੋ ਰਹੀ ਹੈ, ਪਰ ਉਹਦੇ ਨਾਲ ਉਹ ਜਿੰਨਾ ਤੋੜ ਆ ਗਈ ਆ, ਟੋਟ ਆ ਗਈ ਆ, ਜਿੰਨੀ ਖੜੋਤ ਆ ਗਈ ਹੈ, ਉਹ ਟੁੱਟ ਪਾਊਗੀ ਕਿ ਨਹੀਂ, ਇਹ ਆਉਣ ਵਾਲੇ ਸਮੇਂ 'ਚ ਆ। ਪਰ ਮੈਨੂੰ ਸ਼ੱਕ ਇਸ ਗੱਲ ਤੇ ਜ਼ਿਆਦਾ ਹੈਗਾ ਕਿ ਜਦ ਤੱਕ ਤੁਸੀਂ ਗੌਰਮੈਂਟ ਵੱਡੇ ਪੱਧਰ ਤੇ ਥੱਲੇ ਵਾਲੇ ਹਿੱਸੇ 'ਚ ਇਨਵੈਸਟ ਨਹੀਂ ਕਰਦੀ, ਉਦੋਂ ਤੱਕ ਇਹ ਇਕਨੋਮੀ ਨਹੀਂ ਚੱਲ ਸਕਦੀ। ਇਹ ਦੁਨੀਆ ਦਾ ਤਜਰਬਾ ਆ। ਸਾਡੇ ਦੇਸ਼ ਦੇ ਜਿਹੜੇ ਨੋਬਲ ਲੌਰੀਏਟ ਆ ਇਕਨੋਮਿਕਸ ਦੇ, ਅਭਿਜੀਤ ਬੈਨਰਜੀ ਨੇ ਵੀ ਭਾਸ਼ਣ ਦੇ ਕੇ ਕਿਹਾ, ਹੋਰ ਸਾਡੇ ਸਾਰੇ ਜਿਹੜੇ ਇਕਨੋਮਿਸਟ ਆ ਉਹ ਸਾਰੇ ਇਹੋ ਕਹਿ ਰਹੇ ਆ ਕਿ ਜਿਹੜੀ ਵੀ ਤੁਸੀਂ ਰਾਹਤ ਦੇਣੀ ਆ, ਉਹ ਰਾਹਤ ਤੁਸੀਂ ਉੱਪਰ ਕਾਰਪੋਰੇਟਰਾਂ ਨੂੰ ਨਾ ਫੜਾ ਦਿਓ, ਜਿਵੇਂ ਪਿੱਛੇ ਫੜਾਤੀ, ਕਈ ਵਾਰੀ ਫੜਾ, 2-3 ਵਾਰੀ ਫੜਾਤੀ, ਉਹਦੇ ਨਾਲ ਕੋਈ ਫਾਇਦਾ ਨਹੀਂ ਸੀ ਹੋਇਆ ਸਾਨੂੰ। ਹੁਣ ਇਹ ਥੱਲੇ ਜੇ ਭਾਵੇਂ ਵਰਕਰ ਆ, ਭਾਵੇਂ MSME ਕਹਿੰਦੇ ਆ, ਜਿਹਨੂੰ ਜਿਹੜੇ ਮੀਡੀਅਮ ਸਮਾਲ ਤੇ ਮਾਈਕਰੋ ਐਂਟਰਪ੍ਰਾਈਜ਼ਸ ਆ, ਉਹਨਾਂ ਦਾ ਬਹੁਤ ਬੁਰਾ ਹਾਲ ਆ। ਕੱਲ ਰਿਪੋਰਟਾਂ ਆਈਆਂ ਦਿੱਲੀ ਦੇ ਵਿੱਚ 50 ਇਹੋ ਜਿਹੇ ਰੈਸਟੋਰਾਂ ਸੀ ਜਿਹੜੇ 10-10, 12-12 ਛੋਟੇ ਮਤਲਬ ਰੈਸਟੋਰਾਂ, ਉਹ ਵਰਕਰ ਸੀਗੇ, ਉਹ ਸਾਰੇ ਬੰਦ ਕਰਕੇ ਹੁਣ ਸਬਜ਼ੀਆਂ ਵੇਚ ਰਹੇ ਆ, ਵਰਕਰਾਂ ਨੂੰ ਵਿਚਾਰੇ ਆਪਣਾ ਰੋਟੀ ਖਵਾਲ ਰਹੇ ਆ, ਕੋਈ ਉਹਨਾਂ ਦਾ ਸਾਰਾ ਕਾਰੋਬਾਰ ਠੱਪ ਹੋ ਗਿਆ। ਇੰਨੀ ਜ਼ਿਆਦਾ ਮਤਲਬ ਮੰਦਹਾਲੀ ਹੋ ਗਈ ਹੈ, ਜਿਹਨੂੰ ਮੰਦਾ ਕਹਿੰਦੇ ਆ, ਕਿ ਰਿਸੈਸ਼ਨ ਤੇ ਆਲਰੇਡੀ ਸ਼ੁਰੂ ਹੋ ਗਿਆ। ਇਸ ਕਰਕੇ ਜਿਹੜੀ 0% ਗਰੋਥ, ਪਿੱਛੇ ਜੇ ਤੁਹਾਨੂੰ ਪਤਾ ਹੈ ਕਿ ਹਫ਼ਤਾ 10 ਦਿਨ ਪਹਿਲਾਂ ਇਹ ਐਸਟੀਮੇਟ ਲਾਇਆ ਗਿਆ ਸੀਗਾ ਕਿ 1.9%, ਯਾਨੀ ਆਲਮੋਸਟ 2% ਸਾਡੀ ਗਰੋਥ ਰੇਟ ਹੋਊਗੀ। ਤੇ ਉਦੋਂ ਵੀ ਜਿਹੜੇ ਸਿਆਣੇ ਇਕਨੋਮਿਸਟ ਸੀ ਉਹਨਾਂ ਨੇ ਕਿਹਾ ਸੀ ਭੁੱਲ ਜਾਓ, ਤੁਸੀਂ ਕਿਉਂ ਮਜ਼ਾਕ ਕਰਦੇ ਆ, ਇਹ ਨੌਨ ਗਰੋਥ ਦਾ ਸਾਲ ਹੋਊਗਾ, ਔਰ ਇਹ ਵੀ ਹੋ ਸਕਦਾ ਕਿ ਅਸੀਂ ਨੈਗੇਟਿਵ ਦੇ ਵਿੱਚ ਚਲੇ ਜਾਈਏ। ਔਰ ਮੈਨੂੰ ਵੀ ਇਸ ਗੱਲ ਦੀ ਕੋਈ ਵੱਡੀ ਹੈਰਾਨੀ ਨਹੀਂ ਹੋਊਗੀ, ਜਿਸ ਵੱਡੇ ਪੱਧਰ ਤੇ ਵਰਕਰ ਛੱਡ ਕੇ ਜਾ ਰਹੇ ਆ, ਤੇ ਬਿਨਾਂ ਵਰਕਰ ਦੇ ਉੱਤੋਂ ਤੇ ਤੁਸੀਂ ਕੋਈ ਇੰਡਸਟਰੀ ਚਲਾ ਨਹੀਂ ਸਕਦੇ। ਵਰਕਰ ਛੱਡ ਕੇ ਇਸ ਕਰਕੇ ਜਾ ਰਹੇ ਆ ਕਿਉਂਕਿ ਉਹਨਾਂ ਦਾ ਸਾਂਭ ਸੰਭਈਆ ਇੰਨਾ 50 ਦਿਨਾਂ 'ਚ ਹੋਇਆ ਨਹੀਂ, ਸਿਵਾਏ ਰਾਜਨੀਤੀ ਤੋਂ, ਸਿਵਾਏ ਵੱਡੇ ਕਲੇਮ ਤੋਂ, ਸਿਵਾਏ ਵੱਡੀਆਂ ਗੱਲਾਂ ਤੋਂ, ਭਾਸ਼ਣਬਾਜ਼ੀ ਤੋਂ। ਉਹਦੇ ਵਿੱਚ ਸਾਡਾ ਦੇਸ਼ ਬਹੁਤ ਮਾਰ ਆ। ਐਡੇ ਮਕਾਰ, ਮੈਨੂੰ ਗੁੱਸੇ 'ਚ ਤੇ ਥੋੜੇ ਦੁੱਖ 'ਚ ਕਹਿਣਾ ਪੈਂਦਾ ਕਿ ਐਡੇ ਮਕਾਰ ਲੀਡਰ ਕਿਤੇ ਨਹੀਂ, ਕਿਸੇ ਵੀ ਡੈਮੋਕ੍ਰੇਸੀ 'ਚ ਨਹੀਂ ਹੈਗੇ, ਕਹਿਣਾ ਕੁਛ ਕਰਨਾ ਕੁਛ। ਔਰ ਇੰਨੀ ਅੱਜ ਦੀ ਤਰੀਕ ਦੇ ਵਿੱਚ ਵੀ ਇਸ ਗੱਲ ਤੇ ਲੱਗੇ ਹੋਇਆ ਕਿ ਅਸੀਂ ਵੱਧ ਤੋਂ ਵੱਧ ਰਾਜਨੀਤਿਕ ਲਾਹਾ ਇਸ ਹਾਲਾਤਾਂ ਦਾ ਕਿਵੇਂ ਲੈ ਲਈਏ। ਜਿਹੜਾ ਰਾਸ਼ਨ ਵੀ ਜਾਂਦਾ ਆ, ਇੱਥੇ ਹਾਲਾਤ ਇਹ ਹੈ
कि मैनू हुणे हुणे किते रिपोर्ट आई है किसी IAS के रैफरेंस के नालों सियाणा वधिया बंदा आ, यंग बंदा है, उन्हें कहा कि अज भी जो राशन वंडिया जा रहा वो पार्टियां के हिसाब नाल, जे किसी अकाली दल के हत्थ च लग जाता वो अपने वंड दिंदा, जे किसी कांग्रेस के लोकल बंदे के हत्थ लग जाता वो अपने वंडदा, उत्थे भी वोटां वेखियां जा रही। यही कारण है कि वड्डे पद्धर ते पलायन होया, ते यही कारण है कि दोबारा अर्थ व्यवस्था नूं पैरां ते खड़ा करना बहुत वड्डी चुनौती होगी। मैनूं ते एडी वड्डी चुनौती लगदी है कि लोग करोना भुल जाणगे, इस गल ते आ जाऊगा कि भुखमरी तो किवें लोकां नूं बचाउणा, भुखमरी ना मौतां होणीਆਂ। हुण अगला नंबर इस गल ते लगूगा। तुसीं मेरा मार्क करियो जिहड़ा मैं अज गल कह रहा मनदीप जी प्रोफैसर साहब, बिल्कुल तुसीं अपने एक्सपीरियंस विचों ते जो तुहाडा अध्ययन है ਉਹਦੇ ਨਾਲ ਹੀ ਗੱਲ ਕਰ ਰਹੇ ਹੋ। सचमुच ਸਾਡੀਆਂ ਸਰਕਾਰਾਂ ਨੇ ਜਿਹੜਾ ਹੈ ਉਹ ਜ਼ਮੀਨੀ ਪੱਧਰ ਤੇ ਬਹੁਤ ਘੱਟ ਕੰਮ ਕੀਤਾ ਹੈ। ਐਲਾਨਨਾਮੇ ਕਰਨਾ ਇਹ ਫਿਤਰਤ ਹੈ ਸਾਡੇ ਲੀਡਰਾਂ ਦੀ, ਜਦੋਂ ਕਿ ਜਿਹੜੇ ਦੂਸਰੇ ਦੇਸ਼ਾਂ ਦੇ ਵਿਕਸਿਤ ਦੇਸ਼ਾਂ ਦੇ ਲੀਡਰ ਨੇ ਉਹ ਕੰਮ ਕਰਨ ਨੂੰ ਤਰਜੀਹ ਦਿੰਦੇ ਨੇ। ਜੇ ਹੁਣ ਪ੍ਰੋਫੈਸਰ ਸਾਹਿਬ ਅਸੀਂ ਅੱਗੇ ਵਧੀਏ ਤਾਂ ਸੁਮੇਧ ਸੈਣੀ ਪੰਜਾਬ ਦੇ ਸਾਬਕਾ DGP ਨੇ ਦਿਨੀ ਸੁਰਖੀਆਂ ਵਿੱਚ ਨੇ। 29 ਸਾਲ ਪੁਰਾਣਾ ਅਗਵਾ ਕੇਸ ਜਿਹੜਾ ਉਹਨਾਂ ਤੇ ਦਰਜ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਉਹਨਾਂ ਦੇ ਵਕੀਲ ਜਿਹੜੇ ਸਤਨਾਮ ਸਿੰਘ ਕਲੇਰ ਸੀ ਉਹਨਾਂ ਨੇ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ। ਪਹਿਲਾਂ ਹਾਲਾਂਕਿ ਕੇਸ ਉਹਨਾਂ ਨੇ ਲੜਨ ਲਈ ਕਿਹਾ ਹਾਂ ਕਰ ਦਿੱਤੀ ਸੀ, ਪਰ ਫਿਰ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਚੱਲਦਿਆਂ ਉਹਨਾਂ ਨੇ ਜੋ ਕੇਸਾਂ ਨਾਲ ਸੰਬੰਧਿਤ ਫਾਈਲ ਸੀਗੀਆਂ ਉਹ ਸੁਮੇਧ ਸੈਣੀ ਨੂੰ ਵਾਪਸ ਕਰ ਦਿੱਤੀਆਂ ਨੇ ਜੀ। ये ठीक है, कल भी ये बड़ा हाईलाइट होया, अज फिर ये बड़ा हाईलाइट होया, क्योंकि जिहड़ा उन्होंने वकील ने कलेर साहब ने ये वापस किया, उन्होंने अपने आप नहीं वापस किया। कल कई मैं तो सोशल मीडिया ज़्यादा देखता नहीं, पर मैनू खबरों तो ही पता लग जाता कि सोशल मीडिया ते सिख ऑर्गेनाइजेशन ने एडा वड्डा प्रैशर बनाया सीगा कि उन्हें अपना ये कहा कि ये चंगा आ कि आप इन्नी बदनामी नालों चंगा है कि आप पिछां हट जाएंगे। तो वह कलेर जिहड़ा आ उन्होंने वह केस लैण तो ना करती। मैनू ये लगता है ठीक भी है, होना भी चाहिए। इहो जे बंदे, इहो जे अफसर ਜਿਹੜੇ ਜਿਨ੍ਹਾਂ ਦਾ ਜਿਹੜਾ ਖਾੜਕੂਵਾਦ ਦਾ ਦੌਰ ਸੀ ਉਹਦੇ ਦੌਰਾਨ ਇੰਨਾ ਖੂੰਖਾਰ ਇਮੇਜ ਸੀ, ਪਰਸੈਪਸ਼ਨ ਸੀ ਕਿ ਕਿਹੜਾ ਕੰਮ ਆ ਜਿਹੜਾ ਨਹੀਂ ਹੋਇਆ। ਇਸ ਕਰਕੇ ਜੇ ਕੇਸ ਹੈ ਤੇ ਆਮ ਲੋਕਾਂ ਦੀ ਸਿੰਪਤੀ ਇਹੋ ਜਿਹੇ ਪੁਲਿਸ ਅਫਸਰਾਂ ਦੇ ਨਾਲ ਨਹੀਂ ਹੈ। ਉਹਨਾਂ ਦਾ ਚਿਹਰਾ ਇੰਝ ਹੀ ਹੈ ਕਿ ਜਿਵੇਂ ਉਹ ਬੇਇਨਸਾਫੀ ਦੇ ਇੱਕ ਪੁਤਲੇ ਹੋਣ, ਲੋਕਾਂ ਨਾਲ ਧੱਕੇ ਦੇ ਪੁਤਲੇ ਹੋਣ, ਕਾਨੂੰਨ ਦੇ ਪਹਿਰੇਦਾਰਾਂ ਦੇ ਵੱਡੇ ਸਤੰਭ ਉਹ ਨਾ ਹੋਣ। ਇਹੋ ਜਿਹਾ ਜਿਹੜਾ ਚਿਹਰਾ ਆ ਤੇ ਕੁਦਰਤੀ ਆ ਕਿ ਲੋਕਾਂ ਨੂੰ ਇਸ ਗੱਲ ਦਾ ਇੱਕ ਉਮੀਦ ਲੱਗਦੀ ਹੈ, ਸਿਸਟਮ ਦੇ ਵਿੱਚ ਇੱਕ ਭਰੋਸਾ ਬਣਦਾ ਆ ਇਸ ਤਰੀਕੇ ਨਾਲ ਕਿ ਏਡੇ ਏਡੇ ਵੱਡੇ ਜੋ DGP ਰਹਿ ਚੁੱਕਾ ਆ ਉਸ ਦੇ ਰੈਂਕ ਦੇ ਬੰਦੇ ਦੇ ਉੱਤੇ ਵੀ ਕੇਸ 29 ਸਾਲਾਂ ਤੋਂ ਬਾਅਦ ਕਰਕੇ, ਕਿਉਂਕਿ ਇਹਨਾਂ ਨੇ ਇੱਕ ਯੰਗ ਇੰਜੀਨੀਅਰ, ਤੁਹਾਨੂੰ ਯਾਦ ਹੈਗਾ ਬਲਵੰਤ ਸਿੰਘ ਹੁਣਾਂ ਨੂੰ, ਇੱਕ ਸਿਟਕੋ ਦੇ ਵਿੱਚ ਕੰਮ ਕਰਦੇ ਸੀ, 7 ਫੇਜ਼ ਤੋਂ ਚੁੱਕ ਕੇ ਉਹਨੂੰ ਟਾਰਚਰ ਇੰਨਾ ਕੀਤਾ ਕਿ ਉਸ ਦੀ ਡੈਥ ਹੋ ਗਈ। ਇਹ ਪਤਾ ਨਹੀਂ ਸੀ ਲੱਗਣਾ। ਈਵਨ ਦੇਖੋ ਸਾਡੀਆਂ ਕੋਰਟਾਂ ਦਾ ਵੀ ਹਾਲ, CBI ਦੀ ਇਨਕੁਆਇਰੀ ਹੋਈ ਸੀਗੀ, CBI ਦੀ ਇਨਕੁਆਇਰੀ ਦੇ ਵਿੱਚ ਉਹਨਾਂ ਦੀਆਂ ਮੌਤਾਂ ਦਾ ਪਤਾ ਲਾਇਆ ਗਿਆ ਸੀ ਕਿ ਇਸ ਤਰੀਕੇ ਨਾਲ ਕਸਟਡੀ ਦੇ ਵਿੱਚ ਡੈਥ ਹੋਈ ਹੈ। ਉਸ ਤੋਂ ਬਾਅਦ ਉਹ ਕੇਸ ਸਾਰਾ ਸੁਪਰੀਮ ਕੋਰਟ ਤੱਕ ਲੈ ਕੇ ਗਏ ਔਰ ਸੁਪਰੀਮ ਕੋਰਟ ਦੇ ਵਿੱਚ 2008 ਦੇ ਵਿੱਚ ਸੈਣੀ ਸਾਹਿਬ ਉਸ ਨੂੰ ਜਿੱਤ ਗਏ। ਇਹ ਤੇ ਪਿੰਕੀ ਇੱਕ ਜਿਹਨੂੰ ਕਹਿੰਦੇ ਆ ਕੌਪ, ਆਪਾਂ ਜਾਣਦੇ ਹਾਂ, ਬਹੁਤਾ ਮੈਨੂੰ ਉਹਦੇ ਬਾਰੇ ਦੱਸਣ ਦੀ ਲੋੜ ਨਹੀਂ। ਉਹਨਾਂ ਨੇ 2015 ਚ ਇੰਟਰਵਿਊ ਚ ਦੱਸਿਆ ਕਿ ਉਹਨਾਂ ਦੀ ਇਸ ਤਰੀਕੇ ਨਾਲ ਮੌਤ ਹੋਈ ਸੀਗੀ, ਇਸ ਤਰੀਕੇ ਨਾਲ ਹੋਈ ਸੀ। ਉਹਦੇ ਤੋਂ ਬਾਅਦ ਇਹ ਫਿਰ ਕੇਸ ਦੁਬਾਰਾ ਉੱਠਿਆ ਔਰ ਉੱਠਣ ਤੋਂ ਬਾਅਦ ਇਹ ਹੁਣ ਇਸ ਗੱਲ ਦਾ ਉਹਨਾਂ ਤੇ FIR ਦਰਜ ਹੋਈ। FIR ਦਰਜ ਹੋ ਗਈ ਹੈ। ਤੁਸੀਂ DGP ਹੈ, ਤੁਸੀਂ ਸਿੰਬਲ ਆ ਇੱਕ ਲਾਅ ਐਂਡ ਆਰਡਰ ਦੇ ਸਟੇਟ ਦੇ ਹੈੱਡ ਰਹੇ ਆ, ਤੇ ਤੁਸੀਂ ਚੁੱਪ ਫੇਸ ਕਰੋ ਨਾ। ਹੁਣ ਜਿਸ ਤਰ੍ਹਾਂ ਆਮ ਬੰਦਾ ਫੇਸ ਕਰਦਾ ਤੁਸੀਂ ਵੀ ਫੇਸ ਕਰੋ। ਭੱਜਣ ਲੱਗੇ ਸੀਗੇ ਜਾ ਕੇ ਹਿਮਾਚਲ ਚ ਤੇ ਕੋਈ ਬਿਨਾ ਮਤਲਬ ਆਪਣੇ ਪਾਸ ਹੋਇਆ। ਉਹਨਾਂ ਨੇ ਇੱਕ ਗੱਲ ਦਾ ਬੜਾ ਚੰਗਾ ਮੈਨੂੰ ਹਿਮਾਚਲ ਦੀ ਜਿਹੜੀ ਸਰਕਾਰ ਦਾ ਜਾਂ ਹਿਮਾਚਲ ਦੀ ਗਵਰਨੈਂਸ ਦਾ ਇਸ ਗੱਲਾਂ ਨੂੰ ਉਹਨਾਂ ਨੂੰ ਕ੍ਰੈਡਿਟ ਜਾਂਦਾ। ਉਹਨਾਂ ਨੇ ਕਿਹਾ ਨਾ ਤੁਸੀਂ ਜੋ ਮਰਜ਼ੀ ਆਪਣੇ ਘਰ ਚੋਂ, ਇਹਨਾਂ ਨੇ ਆਪਣੀ ਉਹ ਪੁਰਾਣੀ ਫੀਤੇ ਜਿਹੜੇ ਸੀ ਉਹ ਦਿਖਾ ਕੇ ਕੋਸ਼ਿਸ਼ ਕੀਤੀ ਕਿ ਮੈਂ ਐਡਾ ਵੱਡਾ ਅਫਸਰ ਹਾਂ, ਤੁਸੀਂ ਮੈਨੂੰ ਜਾਣ ਦਿਓ। ਉਹਨਾਂ ਕਿਹਾ ਨਾ ਪਹਿਲਾਂ ਆਪਣਾ ਤੁਸੀਂ ਪਾਸ ਲੈ ਕੇ ਆਓ, ਤੇ ਉਹਦੇ ਨਾਲ ਫਿਰ ਇਹਨਾਂ ਨੂੰ ਵਾਪਸ ਆਉਣਾ ਪਿਆ। ਇਸ ਕਰਕੇ ਉਹਨਾਂ ਨੇ ਐਂਟੀਸਪੇਟਰੀ ਬੇਲ ਲਈ ਵੀ ਕਿਹਾ ਸੀਗਾ, ਉਹ ਬੇਲ ਵੀ ਨਾਮਨਜ਼ੂਰ ਹੋ ਗਈ ਹੈ। ਤੇ ਅੱਜ ਸਰਕਾਰ ਨੂੰ ਵੀ ਇਸ ਗੱਲ ਦਾ ਨੋਟਿਸ ਹੋਇਆ ਕਿ ਤੁਸੀਂ ਆਪਣਾ ਆ ਕੇ ਕੀ ਕਹਿਣਾ ਚਾਹੁੰਦੇ ਆ, ਆਪਣਾ ਪੱਖ ਤੁਸੀਂ ਪੇਸ਼ ਕਰੋ। ਉਧਰੋਂ ਚੀਫ ਮਿਨਿਸਟਰ ਸਾਹਿਬ ਕਹਿ ਰਹੇ ਆ ਕਿ ਸਰਕਾਰ ਦੀ ਇਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਹੋਊਗੀ, ਲਾਅ ਵਿਲ ਟੇਕ ਇਟਸ ਓਨ ਕੋਰਸ। ਮੈਨੂੰ ਇਹਨਾਂ ਗੱਲਾਂ ਦੇ ਬੜੇ ਖੋਖਲੇਪਣ ਲੱਗਦੇ ਹੁੰਦੇ ਆ। ਚੰਗੀ ਗੱਲ ਹੈ ਕਿ ਲਾਅ ਇਸ ਤਰ੍ਹਾਂ ਹੋਣਾ ਚਾਹੀਦਾ, ਉਹ ਆਪਣੇ ਤੌਰ ਤੇ ਚੱਲਣਾ ਚਾਹੀਦਾ, ਪਰ ਕਿੱਥੇ ਚੱਲਦਾ। ਨਾ ਰਾਜਨੀਤਿਕ ਲੋਕ ਚਲਾਉਂਦੇ ਆ, ਨਾ ਸਾਡੀਆਂ ਕੋਰਟਾਂ ਕਚਹਿਰੀਆਂ ਵੀ ਉਸ ਢੰਗ ਨਾਲ ਜਿੰਨੀ ਇਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਨਹੀਂ ਉਹਦੇ ਤੇ ਪੂਰਾ ਉਤਰਦੀਆਂ। ਇਸੇ ਕਰਕੇ ਤੇ ਅਜੇ ਤੱਕ 29 ਸਾਲ ਕੁਛ ਨਹੀਂ ਹੋਇਆ। ਤੇ ਹੁਣ ਇੱਕ ਚਲੋ ਘੱਟੋ ਘੱਟ ਜੇ ਕੁਝ ਹੋਣਾ ਨਹੀਂ ਹੋਣਾ ਉਹ ਤੇ ਬਾਅਦ ਦੀ ਗੱਲ ਆ।
ਇੱਕ ਇੰਡਾਈਟ ਹੋ ਜਾਣਾ, ਇੱਕ ਕਿਸੇ ਦੇ ਉੱਤੇ ਇਹ ਧੱਬਾ ਤੇ ਲੱਗ ਹੀ ਜਾਂਦਾ ਨਾ ਕਿ ਹਾਂ ਇਹ ਹੋਇਆ ਸੀ, ਇਸ ਕਰਕੇ ਜਿਹੜਾ FIR ਦਰਜ ਹੋਈ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਬਿਲਕੁਲ ਉਸ ਨੂੰ ਅਸੀਂ ਪੰਜਾਬ ਦਾ ਕਾਲਾ ਦੌਰ ਕਹਿੰਦੇ ਹਾਂ, ਜਦੋਂ ਕਿ ਝੂਠੇ ਮੁਕਾਬਲੇ ਬਣੇ ਪੰਜਾਬ ਦੇ ਵਿੱਚ। ਸਾਰੇ ਜਿਹੜੀ ਅਸਲੀਅਤ ਤੋਂ ਜਾਣੂ ਨੇ। ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਲਏ ਬਿਨਾਂ ਇਹਨਾਂ ਹਾਲਾਤਾਂ ਨੂੰ ਇੱਕ ਵਾਰੀ ਫਿਰ ਜਿਹੜਾ ਆਪਣੇ ਮਾਧਿਅਮ ਦੇ ਰਾਹੀਂ ਦਰਸ਼ਕਾਂ ਦੇ ਵਿੱਚ ਪੇਸ਼ ਕੀਤਾ ਹੈ ਕਿ ਸੱਚਮੁੱਚ ਹੀ ਉਸ ਵੇਲੇ ਸਿੱਖਾਂ ਦੇ ਨਾਲ ਬੇਇਨਸਾਫੀ ਹੋਈ। ਬੜੇ ਬੇਗੁਨਾਹਾਂ ਨੂੰ ਜਿਹੜਾ ਹੈ ਘਰੋਂ ਚੁੱਕ ਕੇ ਨਜਾਇਜ਼ ਹੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅੱਗੇ ਵਧੀਏ, ਨਿਆਂ ਦੀ ਜੇ ਅਸੀਂ ਗੱਲ ਕੀਤੀ ਹੈ ਤਾਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੋ ਸ਼ਰਾਬ ਦੀ ਹੋਮ ਡਿਲੀਵਰੀ ਸੰਬੰਧੀ ਕੋਈ ਵੀ ਦਿਸ਼ਾ ਨਿਰਦੇਸ਼ ਜਿਹੜਾ ਹੈ ਸੁਪਰੀਮ ਕੋਰਟ ਵੱਲੋਂ ਜਾਰੀ ਨਹੀਂ ਕੀਤਾ ਜਾਵੇਗਾ, ਬਲਕਿ ਸੂਬਾ ਸਰਕਾਰਾਂ ਜਿਹੜੀਆਂ ਆਪਣੇ ਪੱਧਰ ਤੇ ਡਿਸੀਜਨ ਲੈਣ ਕਿ ਸ਼ਰਾਬਾਂ ਦੀ ਹੋਮ ਡਿਲੀਵਰੀ ਕਰਨੀ ਚਾਹੀਦੀ ਹੈ ਜਾਂ ਨਹੀਂ। ਨਹੀਂ, ਸੁਪਰੀਮ ਕੋਰਟ ਇਸ ਤਰ੍ਹਾਂ ਸੂਬਿਆਂ ਤੇ ਗੱਲ ਛੱਡਦੀ ਆ, ਉਂਝ ਤੇ ਹਰ ਗੱਲ ਦੇ ਉੱਤੇ ਮਤਲਬ ਜਿਹੜੇ ਫੈਸਲਾ ਲੈਂਦੇ ਆ, ਸੂਓ ਮੋਟੋ ਵੀ ਲੈਂਦੇ ਆ, ਕੀ ਉਹ ਆਪਣੀ ਜੱਜਮੈਂਟ ਨਹੀਂ ਲਾ ਸਕਦੇ ਕਿ ਹਾਲਾਤ ਕੀ ਬਣੇ ਹੋਏ ਆ। ਹਾਲਾਤ ਇਹੀ ਹੈ ਨਾ ਕਿ ਬਹੁਤ ਸਾਰੇ ਲੋਕ, ਤੁਸੀਂ 40 ਦਿਨ 45 ਦਿਨ ਜਿਹੜੇ ਰੋਜ਼ दारू ਪੀਣ ਵਾਲੇ ਆ ਉਹਨਾਂ ਨੂੰ ਤੁਸੀਂ ਬੰਦ ਕਰਤੀ, ਉਹਨਾਂ ਨੂੰ ਬੜੀ ਮਹਿੰਗੀ ਮਿਲੀ, ਉਹਨਾਂ ਨੂੰ ਮਾੜੀ ਵੀ ਮਿਲੀ ਹੋਊਗੀ, ਚੋਰੀ ਬਜ਼ਾਰੀ ਦੀ ਖਰੀਦੀ ਹੋਊਗੀ। ਮੈਂ ਜਾਣਦੇ ਆ, ਤੁਸੀਂ ਵੀ ਜਾਣਦੇ, ਸਾਰਾ ਜਹਾਨ ਜਾਣਦਾ ਹੈ ਨਾ। ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਇਹ ਖੁੱਲੀ ਤੇ ਕੁਦਰਤੀ ਆ ਵੱਡੀਆਂ ਲਾਈਨਾਂ ਲੱਗਣੀਆਂ ਹੀ ਲੱਗਣੀਆਂ ਸੀ। ਇਹ ਅਕਲ ਸਰਕਾਰ ਨੂੰ ਚਾਹੀਦੀ ਸੀ ਵੀ ਇੰਨੇ ਦਿਨਾਂ ਬਾਅਦ ਖੋਲਣ ਲੱਗੇ ਆ, ਤੁਸੀਂ ਪਹਿਲਾਂ ਤੇ ਸਾਰੀਆਂ ਦੁਕਾਨਾਂ ਖੋਲਦੇ, ਫਿਰ ਇਹ ਅਨਾਉਂਸ ਕਰ ਦਿੰਦੇ ਕਿ ਅਸੀਂ 24 ਘੰਟੇ ਠੇਕੇ ਖੋਲਾਂਗੇ ਔਰ ਇਹਨੂੰ ਬੰਦ ਨਹੀਂ ਕਰਾਂਗੇ। 24 ਘੰਟੇ ਖੋਲਣ ਦਾ ਮਤਲਬ ਫਿਰ ਆਪੇ ਲੋਕ ਆਪਣੀ ਮਰਜ਼ੀ ਨਾਲ ਆਉਂਦੇ, ਕੋਈ ਸਵੇਰੇ ਆਉਂਦੇ, ਕੋਈ ਦੁਪਹਿਰੇ ਆਉਂਦੇ। ਫਿਰ ਇਹ ਵੀ ਕਹਿੰਦੇ ਕਿ ਅਸੀਂ ਇੱਕ ਇੱਕ ਠੇਕੇ ਦੇ ਅੱਗੇ 5-5 ਕਾਊਂਟਰ ਲਾ ਦਿੰਦੇ, ਬੰਦਿਆਂ ਨੂੰ ਕਹਿੰਦੇ ਉਹ ਲਾਈਨਾਂ ਦੇ ਉੱਤੇ ਤੂੰ ਕੀ ਲੈਣਾ ਵੀ ਤੂੰ ਕੀ ਲੈਣਾ, 4-5 ਬੰਦੇ ਉੱਥੇ ਠੇਕੇਦਾਰ ਦੇ, ਆਪਣੇ ਸ਼ਰਾਬ ਵਾਲੇ ਠੇਕੇਦਾਰ ਦੇ ਜ਼ਿੰਮੇਵਾਰੀ ਹੁੰਦੀ, ਜਾਂ ਪੁਲਿਸ ਦੇ ਜਾਂ ਹੋਰ ਬੰਦੇ ਨਾਲ ਲੱਗ ਜਾਂਦੇ। ਸਾਡੇ ਕੋਲ ਹੋਰ ਬਥੇਰਾ ਸਿਵਲ ਐਡਮਿਨਿਸਟ੍ਰੇਸ਼ਨ ਹੁੰਦਾ, ਜਿਹਨੇ ਜੋ ਲੈਣਾ ਉਹਦੇ ਕੋਲੋਂ ਲੈ ਕੇ ਪੈਸੇ ਇਕੱਠੇ ਕਰਕੇ ਉਹਨੂੰ ਖੜੇ ਖੜੇ ਨੂੰ ਟੋਕਨ ਦੇ ਕੇ ਉਹਨੂੰ ਉੱਥੇ ਹੀ ਫੜਾ ਦਿੰਦੇ, ਨਾ ਅੱਗੇ ਜਾਣ ਦਿੰਦੇ। ਕੋਈ ਇੰਤਜ਼ਾਮ ਨਹੀਂ ਸੀ, ਬੇਇੰਤਜ਼ਾਮੀ ਕਰਕੇ ਸਾਰਾ ਕੁਝ ਹੋਇਆ, ਲਾਠੀ ਚਾਰਜ ਹੋਣਾ ਪਿਆ। ਹੁਣ ਇਹਦਾ ਮਤਲਬ ਇਹ ਆ ਕਿ ਤੁਸੀਂ ਹੋਮ ਡਿਲੀਵਰੀ ਕਰ ਦਿਓ। ਇਹ ਬਿਲਕੁਲ ਬੇਸਮਝੀ ਵਾਲਾ, ਨਾ ਸੋਚਿਆ ਕਦਮ ਹੈ। ਮਦਰਾਸ ਹਾਈ ਕੋਰਟ ਨੇ ਇਹ ਦੇਤਾ ਆਰਡਰ ਕਿ ਤੁਸੀਂ ਘਰ ਦੀ ਡਿਲੀਵਰੀ ਕਰੋ। ਪਹਿਲਾਂ ਆ ਜਿਹੜਾ ਖਾਣੇ ਘਰਾਂ ਚ ਆਉਂਦੇ ਆ, ਇਹਨੇ ਹੁਣ ਜਿਹੜਾ ਸੱਤਿਆਨਾਸ਼ ਕਰੋਨਾ ਵਾਇਰਸ ਨਾਲ ਹੋਣਾ ਆ, ਜਿਹੜੇ ਘਰੋਂ ਘਰੀ ਖਾਣੇ ਆ ਰਹੇ ਆ ਨਾ ਪੱਕ ਕੇ ਬਾਹਰੋਂ, ਉਹਦੇ ਨਾਲ ਹੋਣਾ, ਕਿਉਂਕਿ ਉਹਦੇ ਚ ਕੋਈ ਫਰੈਸ਼ਨੈਸ ਉਸ ਤਰ੍ਹਾਂ ਦੀ ਹੁੰਦੀ ਨਹੀਂ। ਜਿਹੜਾ ਘਰ ਦਾ ਖਾਣਾ ਸਾਡਾ ਸਾਰਾ ਟੱਬਰ ਖਾਂਦਾ ਸੀਗਾ, ਆਪਣੀ ਭਾਵੇਂ ਸਬਜ਼ੀ ਹੋਏ ਜਾਂ ਮੰਡੀ ਚੋਂ ਲਿਜਾ ਕੇ, ਇੱਕ ਤੇ ਘਰ ਚ ਕੰਮ ਮਿਲਦਾ ਕੰਮ ਕਰਨ ਲਈ, ਦੂਸਰਾ ਆ ਕੋਈ ਤਾਜ਼ਾ ਖਾਣਾ ਆ, ਉਹਦੇ ਨਾਲ ਤੁਹਾਡੀ ਸਿਹਤ ਠੀਕ ਰਹਿੰਦੀ ਆ, ਹਰ ਕਿਸਮ ਨਾਲ ਠੀਕ ਰਹਿੰਦੀ ਹੈ। ਤੇ ਤੁਸੀਂ ਕਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਤਿਆਰ ਆ। ਕਰੋਨਾ ਕਰੋਨਾ ਦਾ ਬਾਪ ਵੀ ਆ ਜਾਏ, ਤੁਸੀਂ ਲਲਕਾਰਦੇ ਆ ਕਿ ਆ ਜਾਓ ਮੈਂ ਤਕੜਾ ਆ। ਕਰੋਨਾ ਆਉਂਦੀ ਨਹੀਂ, ਨੇੜੇ ਵੀ ਨਹੀਂ ਆਉਂਦੀ ਹੈ। ਹੁਣ ਉਹ ਆ ਹੀ ਤਾਂ ਰਹੀ ਹੈ ਕਿ ਜਿਹੜੇ ਹੁਣ ਆਪਾਂ ਬਾਹਰੋਂ ਘਰਾਂ 'ਚ ਖਾਣੇ ਮੰਗਾ ਕੇ ਖਾਣ ਦੀ ਆਦਤ ਪਾ ਲਈ ਸੀ, ਉਹਦੇ ਨਾਲ ਸਾਡਾ ਸਿਸਟਮ ਕਮਜ਼ੋਰ ਪੈ ਗਿਆ। ਹਮਲਾ ਤਾਂ ਹੋ ਰਿਹਾ, ਵੈਸਟ ਵਿੱਚ ਵੀ ਤਾਂ ਸਭ ਤੋਂ ਜ਼ਿਆਦਾ ਮਰ ਰਹੇ ਆ। ਜਿਹੜੇ ਮਾਰਕੀਟ ਫੂਡ, ਪੈਕਡ ਫੂਡ, ਉਹ ਜਿਹੜੇ ਪ੍ਰੀਜ਼ਰਵਡ ਫੂਡ, ਉਹਨਾਂ 'ਚ ਚਲੇ ਗਏ ਆ। ਇਸੇ ਕਰਕੇ ਉਹਨਾਂ ਦਾ ਜ਼ਿਆਦਾ ਪੱਠਾ ਬੈਠ ਰਿਹਾ ਹੈ। ਸਾਨੂੰ ਬਿਲਕੁਲ ਜੀ, ਇਮਿਊਨਿਟੀ ਸਿਸਟਮ ਜਿਹੜਾ ਸਾਡਾ ਸਟਰੋਂਗ ਨਹੀਂ ਰਿਹਾ, ਤਰ੍ਹਾਂ ਤਰ੍ਹਾਂ ਦੇ ਮਸਾਲੇ। ਬਿਲਕੁਲ, ਹੁਣ ਉਸੇ ਹੀ ਤਰਜ਼ ਦੇ ਉੱਤੇ ਨਾਲੇ KFC ਤੋਂ ਮੁਰਗਾ ਆਊਗਾ, ਨਾਲ ਇੱਕ ਬੋਤਲ ਸ਼ਰਾਬ ਦੀ ਆਊਗੀ, ਤੇ ਤੁਸੀਂ ਬੈਠੋ ਘਰੋਂ, ਕੰਮ ਕੁਛ ਨਾ ਕਰੋ, ਖਾ ਕੇ ਮਰੀ ਚੱਲੋ। ਇਹ ਕੰਮ ਬੰਦ ਹੋਣੇ ਚਾਹੀਦੇ ਆ, ਘਟਾਉਣੇ ਚਾਹੀਦੇ ਆ। ਸਰਕਾਰ ਨੂੰ ਦੇਖੋ, ਲੋਕਾਂ ਦੀ ਮਾਨਸਿਕ ਸਿਹਤ ਔਰ ਜਿਹੜੀ ਸਰੀਰਕ ਸਿਹਤ, ਇਹ ਦੋਵੇਂ, ਸਪਿਰਚੁਅਲ ਸਿਹਤ ਵੀ, ਇਹ ਸਾਰੀ ਜ਼ਿੰਮੇਵਾਰੀ ਸਟੇਟ ਦੀ ਹੁੰਦੀ ਹੈ ਮਨਦੀਪ। ਇਹਨਾਂ ਦਾ ਖਿਆਲ ਜਿਹੜਾ ਆ ਇਹ ਸਟੇਟ ਨੇ ਰੱਖਣਾ ਕਿ ਲੋਕ ਸਿਹਤਮੰਦ ਹੋਣ, ਲੋਕਾਂ ਦੀ ਸੋਚ ਵੀ ਚੰਗੀ ਹੋਵੇ, ਲੋਕਾਂ ਦੇ ਚਾਲ ਚੱਲਣ ਚੰਗੇ ਹੋਣ। ਉਹ ਤਾਂ ਹੀ ਹੋ ਪਾਊਗਾ ਜੇ ਉਹਨਾਂ ਨੂੰ ਸਾਂਭਣ ਪ੍ਰਤੀ ਸਰਕਾਰ ਧਿਆਨ ਦੇਵੇ। ਸਰਕਾਰ ਜੇ ਸ਼ਰਾਬਾਂ ਵੇਚ ਕੇ ਆਪਣਾ ਰੈਵਨਿਊ ਇਕੱਠਾ ਕਰਨਾ ਤੇ ਫਿਰ ਕੀ ਹੈ? ਨਸ਼ੇ ਨਹੀਂ ਰੋਕਦੇ, ਹੋਰ ਕਿਸੇ ਕਿਸਮ ਦੇ ਮਾਫੀਏ ਨਹੀਂ ਰੋਕ ਰਹੇ, ਸਾਰਾ ਕੁਝ ਹੋ ਰਿਹਾ ਹੈ। ਇਸ ਕਰਕੇ ਇਹ ਮੌਕਾ ਹੈਗਾ ਕਿ ਇਸ ਗੱਲ ਦੀ ਵਿਰੋਧਤਾ ਕੀਤੀ ਜਾਵੇ। ਹਾਲਾਂਕਿ ਮੈਂ ਇਸ ਕਰਕੇ ਨਹੀਂ ਕਹਿ ਰਿਹਾ, ਮੇਰਾ ਕੋਈ ਹੋਰ ਇੰਟਰਸਟ ਨਹੀਂ ਹੈ। ਮੇਰਾ ਬਿਲਕੁਲ ਤੇ ਬਿਲਕੁਲ, ਮੈਂ ਇੰਜ ਨਹੀਂ ਜਿਹੜੀ ਗੱਲ ਨੂੰ ਸਮਝਣਾ ਚਾਹੀਦਾ ਕਿ ਕਿਉਂਕਿ ਠੇਕੇਦਾਰ ਵੀ ਸ਼ਰਾਬਾਂ ਦੇ ਕਹਿ ਰਹੇ ਆ ਤੇ ਇਸ ਕਰਕੇ ਮੈਂ ਕਹਿ ਰਿਹਾ, ਬਿਲਕੁਲ ਨਹੀਂ। ਈਵਨ ਆਪਣੇ ਮਿਨਿਸਟਰ ਜਿਹੜੇ ਆ, ਉਹਨਾਂ ਦੇ ਆਪਣੇ ਕਾਂਗਰਸ ਦੇ ਸਟੇਟ ਦੇ, ਉਹ ਬਿਲਕੁਲ ਇਸ ਗੱਲ ਦੀ ਵਿਰੋਧਤਾ ਕਰ ਰਿਹਾ ਕਿ ਤੁਸੀਂ ਇਸ ਨੂੰ ਸੋਚੋ, ਘਰੋਂ ਘਰੀ ਪਹੁੰਚਾਉਣਾ ਸਾਨੂੰ ਮਹਿੰਗਾ ਪਊਗਾ। ਇਹ ਮਾੜੀ ਗੱਲ ਆ। ਘਰ ਦੇ ਵਿੱਚ ਸ਼ਰਾਬ ਜ਼ਿਆਦਾ ਵੱਡੇ ਪੱਧਰ ਤੇ ਜਾਣ ਲੱਗੂਗੀ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ। ਹੁਣ ਕੁੜੀਆਂ ਜਿਹੜੀਆਂ ਹੈਗੀਆਂ, ਮੰਨ ਲਓ ਯੂਥ ਦੇ ਵਿੱਚ ਇੱਕ ਟ੍ਰੈਂਡ ਹੈਗਾ ਇੱਧਰ ਉੱਧਰ ਕਲੱਬਾਂ 'ਚ ਜਾਣਾ, ਕਿੱਦਾਂ ਕਰਨਾ, ਪਰ ਉਹ ਠੇਕੇ ਤੋਂ ਆਪ ਸ਼ਰਾਬ ਖਰੀਦਣ ਦੀ 100 ਵਾਰੀ ਸੋਚੂਗੀ ਕਿ ਮੈਂ ਨਾ ਜਾਵਾਂ। ਪਰ ਜੇ ਉਹਨਾਂ ਨੂੰ ਇਹ ਪਤਾ ਲੱਗੂਗਾ ਵੀ ਘਰੇ ਆ ਜਾਣੀ ਆ, ਫੋਨ ਕਰੂਗੀ, ਘਰੇ ਆ ਜੂਗੀ। ਸ਼ਰਾਬ ਵਧੂਗੀ, ਉਹਦੀ ਕੰਜ਼ੰਪਸ਼ਨ ਕਿ ਘਟੂਗੀ। ਇਸ ਕਰਕੇ ਇਹਦੇ ਲਈ ਇਹਦੇ ਸਮਾਜਿਕ
बड़े वड्डे भयानक सिट्टे भी साडे समाज ਲਈ भी, घर ਦੇ फैमिली स्ट्रक्चर ਲਈ भी, ਸਾਡੇ ਪਰਿਵਾਰਾਂ ਲਈ, ਉਹਨਾਂ ਦੀ ਸ਼ਾਂਤੀ ਲਈ ਬਹੁਤ ਵੱਡੇ ਭਿਆਨਕ ਨਤੀਜੇ ਨਿਕਲ ਸਕਦੇ ਆ ਜੇ ਇਸ ਨੂੰ ਇੱਥੇ ਹੀ ਰੋਕਿਆ ਨਹੀਂ ਗਿਆ। ਇਸ ਕਰਕੇ ਮੈਂ ਉਸ ਆਪਣੇ ਬਿਲਕੁਲ ਸਮਾਜ ਸ਼ਾਸਤਰੀ ਦੇ ਤੌਰ ਤੇ ਇੱਕ ਇਹ ਮੇਰੀ ਸਲਾਹ ਆ ਕਿ ਇਸ ਨੂੰ ਠੇਕਿਆਂ ਤੇ ਹੀ ਦੇਣਾ ਚਾਹੀਦਾ। ਭਾਵੇਂ ਤੁਸੀਂ ਉਹ ਠੇਕੇ 24 ਦੇ ਕੁਛ ਕੁ ਦਿਨ ਲਈ, ਹਫ਼ਤੇ 10 ਦਿਨ ਲਈ 24 ਘੰਟੇ ਖੋਲ ਦਿਓ। ਉਹਦੇ ਨਾਲ ਕੀ ਹੋਊਗਾ ਕਿ ਜਿੰਨੇ ਜਿੰਨੀ ਇੱਕ ਵਾਰੀ ਡੱਫਣੀ ਆ ਡੱਫ ਲੂਗਾ ਤੇ ਬਾਅਦ ਵਿੱਚ ਥੋੜੀ ਸ਼ਾਂਤੀ ਹੋ ਜੂਗੀ। ਮਨਦੀਪ ਜੀ ਪ੍ਰੋਫੈਸਰ ਸਾਹਿਬ ਹੁਣ ਜੇ ਰਾਹੁਲ ਗਾਂਧੀ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਜੋ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰੈਸ ਨੂੰ ਮੁਖਾਤਬ ਹੁੰਦੇ ਕਿਹਾ ਹੈ ਕਿ ਇਕੱਲੇ ਜਿਹੜਾ ਕਰੋਨਾ ਦਾ ਮੁਕਾਬਲਾ ਪੀਐਮਓ ਆਫਿਸ ਨਹੀਂ ਕਰ ਸਕਦਾ, ਸੂਬਾ ਸਰਕਾਰਾਂ ਨੂੰ ਵੀ ਅਧਿਕਾਰ ਦਿੱਤੇ ਜਾਣ, ਈਵਨ ਕਿ ਅੱਗੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਅਧਿਕਾਰ ਦਿੱਤੇ ਜਾਣ ਤਾਂ ਕਿ ਜ਼ਮੀਨੀ ਪੱਧਰ ਤੇ ਹਰ ਕੋਈ ਜਿਹੜਾ ਕਰੋਨਾ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਸਕੇ। ਦੇਖੋ ਮਨਦੀਪ, ਇਹ ਬੜੀ ਸਾਫ਼ ਗੱਲ ਆ ਕਿ ਜਿਹੜੇ ਦੇਖੋ ਹੁਣ ਵਰਕਰ ਸਾਡੇ ਨਹੀਂ ਨਾ ਆਖੇ ਲੱਗ ਰਹੇ, ਉਹ ਇਸੇ ਕਰਕੇ ਨਹੀਂ ਲੱਗ ਰਹੇ ਕਿ ਅਸੀਂ ਆਪਣੇ ਲੋਕਾਂ ਨੂੰ ਕਦੀ ਵੀ ਆਪਣੇ ਨਹੀਂ ਸਮਝਿਆ। ਅਸੀਂ ਉਹਨਾਂ ਨੂੰ ਸਮਝਿਆ ਉਹ ਮਤਲਬ ਅਸੀਂ ਕੁਝ ਹੋ ਰਿਹਾ, ਉਹ ਕੁਝ ਹੋ ਰਿਹਾ। ਜੇ ਅਸੀਂ ਉਹਨਾਂ ਨੂੰ ਆਪਣੇ ਸਮਝਾਂਗੇ ਤੇ ਉਹ ਵੀ ਸਾਨੂੰ ਆਪਣੇ ਸਮਝਣਗੇ, ਫਿਰ ਉਹ ਸਾਡੇ ਆਖੇ ਵੀ ਲੱਗਣਗੇ। ਇਸ ਕਰਕੇ ਇਹ ਜਿਹੜਾ ਗੈਪ ਬਹੁਤ ਵੱਡਾ ਪੈ ਗਿਆ, ਉਸੇ ਕਰਕੇ ਹੀ ਸਾਰੀ ਲੜਾਈ ਦਾ ਇੰਜ ਸਵਰੂਪ ਬਣਾਇਆ ਜਾ ਰਿਹਾ ਕਿ ਜਿਵੇਂ ਸਾਰੇ ਦੇ ਸਾਰੇ 130 ਕਰੋੜ ਪਾਪੂਲੇਸ਼ਨ ਨੂੰ ਕੱਲਾ ਹੀ ਪ੍ਰਧਾਨ ਮੰਤਰੀ ਦਾ ਇੰਜਣ ਖਿੱਚੀ ਫਿਰਦਾ ਵੀ ਉਹ ਐਡਾ ਪਾਵਰਫੁਲ ਇੰਜਣ ਆ। ਉਹ ਹੁਣ ਨਹੀਂ ਆਉਣਗੇ, ਉਹ ਪਹਿਲਾਂ 4 ਵਾਰੀ ਆ ਗਏ ਆ ਸਾਡੇ ਟੀਵੀ ਦੇ ਉੱਤੇ, ਹੁਣ ਉਹ ਨਹੀਂ ਆਉਣਗੇ ਕਿਉਂਕਿ ਹੁਣ ਜਿਹੜੇ ਝਮੇਲੇ ਪੈਣੇ ਆ, ਉਹ ਜਿਹੜੇ 4 ਵਾਰੀ ਉਹਨਾਂ ਨੇ ਦਰਸ਼ਨ ਦਿੱਤੇ ਆ ਤੇ ਉਹਨਾਂ ਦੇ ਜਿਹੜੇ ਖਮਿਆਜਾ ਹੁਣ ਸਾਨੂੰ ਭੁਗਤਣਾ ਪੈ ਰਿਹਾ, ਉਹ ਹੁਣ ਇਸ ਕਰਕੇ ਥੋੜਾ ਜਿਹਾ ਪਿੱਛੇ ਰਹਿਣਗੇ। ਪਰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਕੋਈ ਵੀ ਇਹੋ ਜਿਹੀ ਵੱਡੀ ਲੜਾਈ ਜਿਹੜੀ ਮਹਾਮਾਰੀ ਵਰਗੀ ਲੜਾਈ ਆ, ਉਹ ਲੋਕਾਂ ਦਾ ਸਾਥ ਲੈ ਕੇ, ਲੋਕਾਂ ਦੀ ਸਮਝਦਾਰੀ ਬਣਾ ਕੇ, ਲੋਕਾਂ ਨੂੰ ਸਮਝਾ ਕੇ, ਘਰੋਂ ਘਰੀ ਜਾ ਕੇ ਇਹ ਬਿਮਾਰੀ ਹੈ ਕੀ ਆ, ਇਹ ਕਿੱਦਾਂ ਵੱਧਦੀ ਆ, ਇਹ ਤੋਂ ਬਚਣਾ ਕਿਵੇਂ ਆ, ਇਹਦੀਆਂ ਕਿੰਨੀਆਂ 4 ਜਿਹੜੀਆਂ ਸਟੇਜ ਹੈਗੀਆਂ ਆ, ਕਿਹੜੀ ਸਟੇਜ ਤੇ ਸਾਨੂੰ ਘਰੋਂ ਜ਼ਰੂਰ ਚਲੇ ਜਾਣਾ ਚਾਹੀਦਾ ਡਾਕਟਰ ਕੋਲ, ਕਿਹੜੀ ਸਟੇਜ ਤੇ ਘਰੇ ਕੋਸ਼ਿਸ਼ ਆਪਣੇ ਅਲੱਗ ਰਹਿ ਕੇ ਕਰਨੀ ਚਾਹੀਦੀ ਹੈ। ਇਸ ਤਰੀਕੇ ਦੀ ਜੇ ਅਸੀਂ ਇੱਕ ਡਿਟੇਲ ਲੋਕਾਂ ਦੀ ਸਮਝ ਨਹੀਂ ਬਣਾਵਾਂਗੇ ਤੇ ਲੋਕ ਡਰਦੇ ਰਹਿਣਗੇ। ਇੱਥੇ ਚੰਗੇ ਭਲੇ ਲੋਕ ਡਰੀ ਜਾਂਦੇ ਆ ਤੇ ਇਸ ਕਰਕੇ ਮੈਂ ਮਤਲਬ ਆਪਣੇ ਤਜਰਬੇ, ਮਿਡਲ ਕਲਾਸ ਵੀ ਪੂਰੀ ਡਰੀ ਭੈ ਭੀਤ ਹੋਈ ਆ ਤੇ ਉਹਨਾਂ ਦੀ ਜੇ ਸਮਝ ਬਣ ਜੂਗੀ, ਇਹ ਬਿਲਕੁਲ ਉਹਨਾਂ ਦਾ ਬਿਆਨ ਠੀਕ ਹੈ ਕਿ ਅਸੀਂ ਜੇ ਲੀਡਰ ਇਹ ਸਮਝਣ ਜਾਂ ਸਾਡੀ ਬਿਊਰੋਕ੍ਰੇਸੀ ਇਹ ਸਮਝੇ ਜਾਂ ਪੁਲਿਸ ਸਾਡੀ ਇਹ ਸਮਝੇ ਜਾਂ ਹੋਰ ਐਡਮਿਨਿਸਟ੍ਰੇਸ਼ਨ ਇਹ ਸਮਝਣ, ਜੇ ਉਹ ਇੰਨੇ ਹੀ ਸਮਝਦਾਰ ਆ ਤੇ ਸੀਆਰਪੀਐਫ ਦੇ ਪਰਸਨਲ ਜਿਹੜੇ ਇੰਨੇ ਵੱਡੇ ਪੱਧਰ ਤੇ ਉੱਥੇ ਕਿਵੇਂ ਹੋ ਗਿਆ, ਪੁਲਿਸ ਦੇ ਬੰਦੇ ਜਿਹੜੇ ਆ ਇਸ ਗੱਲ ਦੇ ਉੱਤੇ ਵਿਕਟਮ ਹੋ ਰਹੇ ਆ, ਸਾਡੇ ਇੰਡਸਟਰੀਅਲ ਪੁਲਿਸ ਦੇ ਜਿਹੜੇ ਬੰਦੇ ਵਿਕਟਮ ਬਣ ਰਹੇ ਆ, ਆਰਮੀ ਦੇ ਅੰਦਰ ਇਹ ਤੇ ਇਸ ਕਰਕੇ ਸਾਰੀ ਜਗ੍ਹਾ ਕੋਈ ਜਗ੍ਹਾ ਨਹੀਂ, ਡਾਕਟਰ ਜਿਹੜੇ ਕਿੱਡੇ ਵੱਡੇ ਪੱਧਰ ਤੇ ਉਹਦੇ ਇਨਫੈਕਟਡ ਹੋ ਰਹੇ ਆ। ਇਸ ਕਰਕੇ ਮਨਦੀਪ ਇਹ ਬਿਮਾਰੀ ਇਹੋ ਜਿਹੀ ਹੈ, ਇਸ ਨੂੰ ਆਪਾਂ ਸਮਝਦਾਰੀ ਦੇ ਨਾਲ ਟੈਕਨੋਲੋਜੀ ਦਾ ਜਿਹੜੀ ਮਾਡਰਨ ਟੈਕਨੋਲੋਜੀ ਉਹਦਾ ਇਸਤੇਮਾਲ ਕਰਕੇ ਇਹ ਹੌਲੀ ਹੌਲੀ ਇਸ ਇਮਤਿਹਾਨ ਵਿੱਚੋਂ ਦੀ ਲੰਘਣਾ ਪੈਣਾ। ਜੇ ਤੁਸੀਂ ਕਹੋ ਨਾ ਤੁਸੀਂ ਭੱਜ ਲਓਗੇ ਤੇ ਇਹ ਬਿਮਾਰੀ ਕਿਤੇ ਤੋਂ ਛਿਪ ਜਾਓਗੇ ਨਾ, ਇਸ ਨੂੰ ਇੱਕ ਨਾ ਦਿਨ ਇਹਦਾ ਕਨਫਰੰਟੇਸ਼ਨ ਕਰਨੀ ਪਊਗੀ। ਔਰ ਮੈਨੂੰ ਲੱਗਦਾ ਕਿ ਜੇ ਅਸੀਂ ਆਪਣੀ ਸਿਹਤ ਨੂੰ ਚੰਗਾ ਰੱਖਦੇ ਹਾਂ, ਔਰ ਸਰਕਾਰ ਚੰਗੀ ਸਿਹਤ ਕੀ ਹੁੰਦੀ ਆ ਉਹਦੇ ਲਈ ਲੋਕਾਂ ਦੀ ਮਦਦ ਕਰਦੀ ਆ, ਪਰ ਜੇ ਹੁਣ ਜੋ ਅੱਜ ਦੀ ਹਾਲਾਤ ਆ, ਮੈਨੂੰ ਉਹ ਬੜੇ ਖੌਫਨਾਕ ਤੇ ਅਨਸਰਟਨਟੀ ਦੇ ਹਾਲਾਤ ਲੱਗਦੇ ਆ। ਜਿੱਡੇ ਵੱਡੇ ਪੱਧਰ ਤੇ ਬੇਰੁਜ਼ਗਾਰੀ ਫੈਲਣ ਜਾ ਰਹੀ ਆ, ਜਿੱਡੇ ਵੱਡੇ ਪੱਧਰ ਤੇ ਇੰਡਸਟਰੀ ਦੀ ਬੁਰੀ ਹਾਲਤ ਹੋਣ ਜਾ ਰਹੀ ਆ, ਲੋਕਾਂ ਨੂੰ ਰੋਟੀ ਮਿਲਣੀ ਮੁਸ਼ਕਲ ਹੋ ਜੂਗੀ, ਜਿਹੜੀ ਇੱਕ ਚੰਗੀ ਖੁਰਾਕ ਦੀ ਅਸੀਂ ਉਮੀਦ ਕਰਦੇ ਹਾਂ ਕਿ ਜਿਹਦੇ ਨਾਲ ਅਸੀਂ ਇਸ ਵਾਇਰਸ ਦਾ ਮੁਕਾਬਲਾ ਕਰ ਸਕੀਏ, ਉਹ ਵੱਡੇ ਪੱਧਰ ਤੇ ਲੋਕਾਂ ਨੂੰ, ਜ਼ਿਆਦਾ ਵੱਡੇ ਹਿੱਸੇ ਨੂੰ ਦੂਰ ਦੀ ਗੱਲ ਲੱਗੂਗੀ। ਇਸ ਕਰਕੇ ਹੋ ਸਕਦਾ ਕਿ ਇੱਕ ਸਾਡੀ ਭੁੱਖਮਰੀ ਤੇ ਇੱਕ ਕਰੋਨਾ ਦੀ ਬਿਮਾਰੀ, ਇਹ ਦੋਨੋਂ ਆਪਸ ਵਿੱਚ ਰਲ ਕੇ ਸਾਡੇ ਦੇਸ਼ ਦੇ ਉੱਤੇ ਭਾਰੀ ਨਾ ਪੈ ਜਾਣ। ਅਸੀਂ ਇਸ ਗੱਲ ਦੀ ਦੁਆ ਵੀ ਕਰਦੇ ਹਾਂ, ਰੱਬ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਸਾਡੀ ਇਸ ਘੜੀ 'ਚ ਸਾਡੀ ਸੁਣੀ ਜਾਣੀ ਚਾਹੀਦੀ ਆ। ਚੰਗੇ ਬੰਦੇ ਹੈਗੇ ਆ ਤੇ ਉਹਨਾਂ ਦੀ ਮਦਦ ਤੇ ਆਉਣਾ ਚਾਹੀਦਾ। ਮੰਦੀ ਬਿਲਕੁਲ ਪ੍ਰੋਫੈਸਰ ਸਾਹਿਬ, ਹੁਣ ਤਾਂ ਸਾਡੇ ਸਿਹਤ ਮੰਤਰਾਲੇ ਨੇ ਵੀ ਕਹਿ ਦਿੱਤਾ ਹੈ ਕਿ ਦੇਸ਼ ਦੇ ਲੋਕਾਂ ਨੂੰ ਜਿਹੜਾ ਹੁਣ ਕਰੋਨਾ ਦੇ ਨਾਲ ਜਿਉਣ ਦੀ ਆਦਤ ਪਾਉਣੀ ਪਵੇਗੀ, ਭਾਵੇਂ ਕਿ ਉਹਨਾਂ ਨੂੰ ਉਹਨਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਆਪਣੇ ਪੱਧਰ ਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਵੀ, ਸਰੀਰਕ ਤੌਰ ਤੇ ਵੀ ਤਿਆਰ ਰੱਖਣਾ ਪਵੇਗਾ, ਆਪਣਾ ਇਮਿਊਨਿਟੀ ਸਿਸਟਮ ਸਟਰੋਂਗ ਕਰਨਾ ਪਵੇਗਾ। ਇਸ ਦੇ ਨਾਲ ਜਿਹੜੀਆਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਸੋਸ਼ਲ ਡਿਸਟੈਂਸਿੰਗ ਦੀ ਹੋਵੇ, ਚਾਹੇ ਉਹ ਮਾਸਕ ਪਾਉਣ ਦੀ ਹੋਵੇ, ਇਹਨਾਂ ਸਾਰਿਆਂ ਦਾ ਪਾਲਣ ਕਰਨਾ ਜਿਹੜਾ ਹਰ ਇੱਕ ਨੂੰ ਜ਼ਰੂਰੀ ਬਣਾਉਣਾ ਪਵੇਗਾ, ਤਾਂ ਹੀ ਅਸੀਂ ਕਰੋਨਾ ਦੇ ਸੰਕਟ ਦੇ ਵਿੱਚੋਂ ਬਾਹਰ ਆ ਸਕਦੇ ਹਾਂ। ਪ੍ਰੋਫੈਸਰ ਸਾਹਿਬ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਧੰਨਵਾਦ ਆਪ ਜੀ ਦਾ ਸਾਡੇ ਨਾਲ ਜੁੜਨ ਦੇ ਲਈ। ਤੁਹਾਡਾ ਵੀ ਮਨਦੀਪ ਜੀ, ਤੁਸੀਂ ਹਿੰਮਤ ਨਾਲ ਰੋਜ਼ ਆਉਂਦੇ ਆ ਤੇ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਦਰਸ਼ਕਾਂ ਦਾ ਵੀ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਰੋਜ਼ਾਨਾ ਜੁੜਦੇ ਹੋ। ਕੱਲ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।